ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਰਫੈ ਸਰਫੈ ਸਦਾ ਸਦਾ ਏਵੈ ਗਈ ਬਿਹਾਏ ਨਾਨਕ ਕਿਸਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ। ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹਿ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਜੋ ਆਇਆ ਸੋ ਚੱਲਸੀ ਸਭ ਕੋਈ ਆਈ ਬਾਰੀਐ। ਜਿਸ ਕੈ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀਐ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ। ਗੱਜ ਵੱਜ ਕੇ ਗੁਰੂ ਫਤਿਹ ਦੀ ਸਾਂਝ ਪਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਫਰਮਾਨ ਹਨ। ਮਰਨ ਲਖਾਏ ਮੰਡਲ ਮੈਂ ਆਏ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ। ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਬੇਅੰਤ ਪ੍ਰਮਾਣ ਹਨ। ਜਿਸ ਵਿੱਚ ਸਮਝਾਇਆ ਗਿਆ ਸਾਨੂੰ ਯਾਦ ਕਰਾਇਆ ਜਾਂਦਾ ਹੈ
ਕਿ ਜਿਹੜਾ ਵੀ ਜੀਵ ਸੰਸਾਰ ਦੇ ਵਿੱਚ ਜਨਮ ਲੈ ਕੇ ਆਇਆ ਹੈ, ਉਸਨੇ ਇੱਕ ਦਿਨ ਆ ਫਾਨੀ ਦੁਨੀਆ ਨੂੰ ਛੱਡ ਕੇ ਤੁਰ ਜਾਣਾ। ਸਾਡੇ ਜਨਮ ਲੈਣ ਤੋਂ ਪਹਿਲਾਂ, ਦੁਨੀਆ ਵਿੱਚ ਆਉਣ ਤੋਂ ਪਹਿਲਾਂ ਸਾਡਾ ਮਰਨਾ ਲਿਖਿਆ ਗਿਆ, ਮੌਤ ਲਿਖੀ ਗਈ ਹੈ। ਹੁਣ ਉਸ ਨੂੰ ਅਸੀਂ ਕਿਤਨਾ ਕੁ ਮੰਨਦੇ ਹਾਂ, ਇਹ ਆਪਣੇ ਤੇ ਡਿਪੈਂਡ ਹੈ। ਆਪਣੇ ਤੇ ਨਿਰਭਰ ਕਰਦਾ, ਆਪਣੇ ਮਨ ਦੀ ਅਵਸਥਾ ਤੇ। ਇਸੇ ਤਰ੍ਹਾਂ ਬਾਪੂ ਹਰਦਿਆਲ ਸਿੰਘ ਜੀ ਕੁਝ ਦਿਨ ਪਹਿਲਾਂ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ ਨੇ। ਸਦੀਵੀ ਵਿਛੋੜਾ ਦੇ ਗਏ ਆਪਣੇ ਪਰਿਵਾਰ ਨੂੰ। ਵਾਰੀ ਹਰ ਇੱਕ ਨੇ ਸਦੀਵੀ ਵਿਛੋੜਾ ਦੇ ਜਾਣਾ। ਜਿਹੜੇ ਪਹਿਲਾਂ ਸੀਗੇ ਸਾਥੋਂ, ਬਾਪੂ ਜੀ ਤੋਂ ਪਹਿਲਾਂ ਵੀ ਕਿੰਨੀ ਦੁਨੀਆ ਤੁਰ ਗਈ ਹੈ। ਵਾਰੀ ਜਦੋਂ ਆਈ ਬਾਪੂ ਜੀ ਦੀ, ਉਹ ਵੀ ਗਏ। ਜਿਸ ਦਿਨ ਮੇਰੀ ਵਾਰੀ ਆ ਗਈ, ਮੈਂ ਵੀ ਚਲੇ ਜਾਣਾ। ਹਰ ਇੱਕ ਨੇ ਜਾਣਾ, ਕੋਈ ਇੱਥੇ ਰਹਿਣਾ ਨਹੀਂ। ਤੇ ਆਓ ਜੀ, ਉਹਨਾਂ ਦੇ ਨਿਮਰਤਾ ਆਪਾਂ ਮਹਾਰਾਜ ਦੇ ਚਰਨਾਂ 'ਚ ਜੁੜ ਰਹੇ ਹਾਂ। ਤੇ ਕੋਸ਼ਿਸ਼ ਕਰੀਏ, ਇੱਥੇ ਆਏ ਹਾਂ ਅਸੀਂ ਬਾਪੂ ਜੀ ਦੀ ਅੰਤਮ ਅਰਦਾਸ ਦੇ ਵਿੱਚ ਹਾਜ਼ਰੀ ਭਰਨ ਵਾਸਤੇ। ਸੁਨੇਹਾ ਹੈ ਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸਿਹ ਦੇ ਆਵਨ। ਇਹ ਸੁਨੇਹਾ ਜਿਹੜਾ ਹੈ ਘਰ ਘਰ ਆਉਣ ਵਾਲਾ, ਅੱਜ ਨਹੀਂ ਤਾਂ ਕੱਲ। ਇੱਕ ਦਿਨ ਐਸਾ ਆਉਣਾ ਹੈ, ਕੋਈ ਨਾ ਕੋਈ ਦਿਨ ਐਸਾ ਚੜ੍ਹਨਾ ਸੰਸਾਰ ਦਾ, ਜਿਹੜਾ ਮੈਂ ਨਹੀਂ ਦੇਖਣਾ। ਜਿਸ ਦਿਨ ਮੇਰੀਆਂ ਅੱਖਾਂ ਬੰਦ ਹੋਣਗੀਆਂ। ਹੁਣ ਵੇਖੋ, ਬਾਪੂ ਜੀ ਅੱਖਾਂ ਬੰਦ ਕਰ ਗਏ, ਚਲੇ ਗਏ। ਦਿਨ ਤਾਂ ਫਿਰ ਵੀ ਚੜ੍ਹੀ ਜਾਂਦਾ, ਰਾਤ ਹੋਈ ਜਾਂਦੀ ਹੈ। ਦਿਨ ਚੜ੍ਹ ਜਾਂਦਾ, ਰਾਤ ਹੋ ਜਾਂਦੀ ਹੈ। ਪਰ ਉਹਨਾਂ ਨੇ ਨਹੀਂ ਵੇਖਿਆ ਆ ਅੱਜ ਦੇ ਦਿਨ, ਪਿਛਲੇ ਜਿਹੜੇ ਲੰਘ ਗਏ 7-8 ਦਿਨ। ਇਸੇ ਤਰ੍ਹਾਂ ਸੋ ਦਿਨ ਆਵਣ ਲੱਗਾ। ਅਖੀਰੀ ਦਿਨ ਜਿਹੜਾ ਨਾ ਸਾਡੇ ਜੀਵਨ ਦਾ ਆ ਰਿਹਾ ਨੇੜੇ। ਬਹੁਤ ਖਤਰਨਾਕ ਘਾਟੀ ਹੈ, ਅਵਸਥਾ ਸਾਡੀ। ਸਮਝਿਓ ਧਿਆਨ ਨਾਲ ਬੇਨਤੀ। ਤੁਰ ਫਿਰ ਰਹੇ ਹਾਂ, ਖਾ ਪੀ ਰਹੇ ਹਾਂ, ਸੁੱਤੇ ਹਾਂ, ਬੈਠੇ ਹਾਂ, ਗੱਲਾਂ ਬਾਤਾਂ ਕਰ ਰਹੇ ਹਾਂ। ਸਫ਼ਰ ਸਾਡਾ ਤਾਂ ਵੀ ਜਾਰੀ ਆ। ਹੁਣ ਬੈਠੇ ਹਾਂ ਤਾਂ ਵੀ ਜਾਰੀ ਆ। ਉਹ ਮੌਤ ਵਾਲਾ ਦਿਨ ਜਿਹੜਾ ਹੈ ਪ੍ਰੇਮੀਓ, ਨੇੜੇ ਆ ਰਿਹਾ, ਨੇੜੇ। ਸਾਨੂੰ ਲੱਗੀ ਜਾਂਦਾ ਕਿ ਜ਼ਿੰਦਗੀ ਬੜੀ ਲੰਮੀ ਆ, ਕਿ ਬੜਾ ਲੰਮਾ ਜੀਵਨ ਆ, ਵਾਧੂ ਦੇ ਮਾਣ ਨੇ। ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦੇ ਦਿਸ ਅੰਧਿਆਰਾ। ਜਨਮ ਗੁਜ਼ਰ ਰਿਹਾ, ਜ਼ਿੰਦਗੀ ਦਿਨ ਦਿਨ, ਪੰਥ ਨਾ ਸਵਾਰਾ। ਅਖੀਰੀ ਦਿਨ ਜਿਹੜਾ ਜੀਵਨ ਦਾ, ਉਹ ਸਵਾਰਿਆ ਮਾਰਗ ਕੀ ਹੈ। ਕਿ ਇੱਕ ਦਿਨ ਉਹ ਦਿਨ ਆਉਣਾ, ਮੈਂ ਉਡਾਰੀ ਲਾ ਜਾਣੀ ਆ। ਹਰ ਇੱਕ ਜੀਵ ਨੇ ਤੁਰ ਜਾਣਾ। ਇੱਕ ਦਿਨ ਐਸਾ ਆਏਗਾ ਜਿਸ ਦਿਨ ਮੈਂ ਅੱਖਾਂ ਨਹੀਂ ਖੋਲਣੀਆਂ। ਉੱਡ ਜੂ ਬੰਦਾ ਜੀ। ਜਿਉ ਛੁਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜਿਸ ਦਿਨ ਜਿੰਦ ਛੁੱਟ ਗਈ ਨਾ, ਘਰਦਿਆਂ ਨੇ ਚੱਕ ਕੇ ਧਰ ਦੇਣਾ ਲੱਕੜਾਂ 'ਚ।
ਡਾਰ ਅਗਨ ਮੈਂ ਡਾਲ ਦੇਣਾ ਕਹੀਏ, ਪਾ ਦੇਣਾ ਅਗਨ ਚ, ਅੱਗ ਦੇ ਵਿੱਚ। ਅਖੀਰੀ ਦਿਨ ਜਿਹੜਾ ਹੈ ਜੀਵਨ ਦਾ ਆ ਰਿਹਾ, ਕਦੋਂ ਕਿੱਥੇ ਕਿਵੇਂ ਆਉਣਾ ਕੋਈ ਪਤਾ ਨਹੀਂ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਕਿਹਨੇ ਕਿਵੇਂ ਮਰਨਾ, ਕਿਹਨੇ ਕਿਵੇਂ ਮਰਨਾ ਕੋਈ ਪਤਾ ਨਹੀਂ। ਤੇ ਮਹਾਰਾਜ ਕਹਿੰਦੇ ਆ, ਜੇਕਰ ਸਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਰੱਬ ਚੇਤੇ ਹੈ, ਮਰਨਾ ਸੌਖਾ ਹੋ ਜੂ, ਮੌਤ ਸੌਖੀ ਆ ਜੂ। ਨੀ ਬੰਦਾ ਤੜਫੂ, ਦੁਖੀ ਹੋਏਗਾ। ਹੁਣ ਅਗਰ ਸਭ ਨੇ ਤੁਰ ਹੀ ਜਾਣਾ ਦੁਨੀਆ ਚੋਂ, ਕੋਈ ਅਮੀਰ ਹੈ, ਕੋਈ ਗਰੀਬ ਹੈ, ਛੋਟਾ ਹੈ, ਵੱਡਾ ਹੈ, ਗੋਰਾ ਕਾਲਾ ਹੈ, ਮੂਰਖ ਹੈ, ਗਿਆਨੀ ਹੈ, ਪੰਡਤ ਹੈ, ਜਿੱਦਾਂ ਦਾ ਵੀ ਕੋਈ ਮਰਜ਼ੀ ਆ, ਹਰ ਇੱਕ ਨੇ ਜਾਣਾ। ਸੋ ਦਿਨ ਆਵਣ ਲਾਗਾ, ਅਖੀਰੀ ਦਿਨ ਜਿਹੜਾ ਇਹ ਸੁਨੇਹਾ ਮਿਲਿਆ ਅੱਜ। ਬਾਪੂ ਹਰਦਿਆਲ ਸਿੰਘ ਜੀ ਚਲੇ ਗਏ ਆ, ਉਹਨਾਂ ਦੀ ਅੰਤਮ ਅਰਦਾਸ ਹੈ। ਵਾਰੀ ਵਾਰੀ ਅਰਦਾਸ ਸਭ ਦੀ ਹੋਣੀ ਆ। ਕਈ ਵਾਰ ਕਿਸੇ ਦੀ ਨਹੀਂ ਵੀ, ਕੀ ਪਤਾ ਲੱਗਦਾ ਬੰਦਾ ਕਿੱਧਰ ਨੂੰ ਤੁਰ ਜਾਏ, ਪਤੀ ਨਹੀਂ ਲੱਗਦਾ। ਕਈ ਐਸੇ ਗਾਇਬ ਹੋ ਗਏ ਦੁਨੀਆ ਚੋਂ, ਨਾ ਮਰਿਆਂ ਦਾ ਪਤਾ ਹੈ, ਨਾ ਇਹ ਪਤਾ ਕਿ ਜਿਉਂਦੇ ਆ ਜਾਂ ਕੀ ਨੇ, ਕੋਈ ਪਤਾ ਨਹੀਂ। ਸੁਨੇਹਾ ਮਿਲ ਰਿਹਾ ਜਾਣਾ ਹੈ। ਫਿਰ ਇੱਥੋਂ ਕਿ ਸੱਦਣ ਹਾਰਾ ਸਿਮਰੀਏ, ਨਾਨਕ ਸੇ ਦੇਹ ਆਵਨ। ਜਿਸ ਦਿਨ ਜਿਹਨੇ ਸੱਦਣਾ ਹੈ ਨਾ, ਉਸ ਮਾਲਕ ਨੂੰ ਜਿਉਂਦੇ ਜੀ ਅਸੀਂ ਚੇਤੇ ਰੱਖੀਏ। ਜੇ ਸੌਖਾ ਮਰਨਾ ਨਾ, ਮੌਤ ਸਭ ਨੂੰ ਹੋਣੀ ਆ। ਕੋਈ ਰੱਬ ਰੱਬ ਕਰਨ ਵਾਲਾ ਜਾਂ ਨਾ ਕਰਦਾ, ਜਾਂ ਮੂਰਖ ਹੈ, ਗਿਆਨੀ ਹੈ, ਅਗਿਆਨੀ ਹੈ, ਵਿਦਵਾਨ ਹੈ, ਜੋ ਮਰਜ਼ੀ ਆ, ਮੌਤ ਆਊ ਸਭ ਨੂੰ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ ਆਏਗੀ। ਗੱਲ ਜਿਹੜੀ ਆ ਕਿ ਇੱਥੋਂ ਨਾਮ ਬਾਣੀ ਦਾ ਧਨ ਜਿਹੜਾ ਨਾ, ਨਾਮ ਦੀ ਕਮਾਈ ਕਹੀਏ, ਉਹ ਕਰਕੇ ਜਾਣੀ ਆ ਬੰਦੇ ਨੇ। ਇੱਥੇ ਇੰਨਾ ਕਿ ਨਾ ਸੋਚੀ ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਬਸ ਬੰਦਾ ਆਹ ਖਾਣਾ ਪੀਣਾ ਹੰਡਾਉਣਾ, ਨੱਚਣਾ ਟੱਪਣਾ, ਨਾਚ ਗਾਣਾ, ਆਹੀ ਸੋਚੀ ਜਾਂਦਾ ਹੈ। ਵਿਸਰ ਗਿਆ ਹੈ ਮਰਨਾ, ਮਰਨਾ ਭੁੱਲ ਗਏ। ਤੇ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਰੱਬ ਨੂੰ ਭੁਲਾ ਕੇ, ਖਸਮ ਨੂੰ ਭੁਲਾ ਕੇ, ਵਿਸਾਰ ਕੇ ਗੁਰਮੁਖੋ ਖੁਆਰ ਹੋਵਾਂਗੇ। ਮਹਾਰਾਜ ਐਵੇਂ ਥੋੜ੍ਹੀ ਕਹਿੰਦੇ ਆ ਕਿ ਹਰ ਵਿਸਰਤ ਸਦਾ ਖੁਆਰੀ। ਇਹ ਦਰਗਾਹ ਦੀ ਬਾਣੀ ਆ, ਰੱਬ ਦੇ ਰਾਹ ਦਾ ਖਰਚਾ। ਇਹ ਉਹ ਵਿਚਾਰਾਂ ਨੇ, ਇਹ ਉਹ ਗੱਲਾਂ ਨੇ ਜਿਹੜੀ ਵਿਚਾਰ ਸੱਚਖੰਡ ਵਿੱਚ ਹੁੰਦੀ ਆ। ਇਹ ਬਾਣੀ ਜਿਹੜੀ ਆ ਸੱਚਖੰਡੀ ਬਾਣੀ ਆ। ਸੱਚਖੰਡ ਦੇ ਵਿੱਚ ਇਸੇ ਬਾਣੀ ਦਾ ਪ੍ਰਕਾਸ਼ ਹੈ। ਤਾਂ ਹੀ ਸਾਨੂੰ ਕਲਯੁਗੀ ਜੀਵਾਂ ਨੂੰ ਸੌਖੀ ਸਮਝ ਨਹੀਂ ਆਉਂਦੀ, ਕਿਉਂਕਿ ਸਭ ਤੇ ਉੱਤਮ ਹਰਿ ਕੀ ਕਥਾ। ਸਭ ਤੋਂ ਜੇ ਕੁਛ ਉੱਤਮ ਹੈ ਨਾ ਦੁਨੀਆ 'ਚ, ਹਰੀ ਦੀ ਕਥਾ ਹੈ, ਰੱਬ ਦਾ ਨਾਮ। ਐਦੋਂ ਉੱਪਰ ਦੀ ਕੋਈ ਕਰਮ ਨਹੀਂ ਆ, ਕੋਈ ਚੀਜ਼ ਨਹੀਂ, ਕੋਈ ਵਸਤੂ ਨਹੀਂ ਐਦੋਂ ਕੀਮਤੀ। ਹਰ ਇੱਕ ਚੀਜ਼ ਮੁੱਲ ਮਿਲਦੀ ਆ, ਹਰ ਇੱਕ ਚੀਜ਼। ਪਰ ਇੱਕ ਰੱਬ ਦਾ ਨਾਮ ਜਿਹੜਾ ਹੈ ਪ੍ਰੇਮੀਓ, ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ। ਇਹਦਾ ਮੁੱਲ ਨਹੀਂ ਅਸੀਂ ਪਾ ਸਕਦੇ। ਤਾਂ ਹੀ ਸੌਖਾ ਸਮਝ ਨਹੀਂ ਆਉਂਦਾ, ਕਿਉਂਕਿ ਮੱਤ ਸਾਡੀ, ਬੁੱਧ ਸਾਡੀ ਕਲਯੁਗੀ ਆ। ਤਾਂ ਕਰਕੇ ਸਾਨੂੰ
ਲੱਗਦੀ ਨਹੀਂ ਵੀ ਆ ਵੀ ਕੋਈ ਕੰਮ ਆਊ ਚੀਜ਼। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਮਹਾਰਾਜ ਆ ਬਾਣੀ ਐਵੇਂ ਸਾਨੂੰ ਥੋੜ੍ਹੀ ਦੇ ਕੇ ਗਏ ਆ ਵੀ ਲਓ ਜੀ ਜਨਮ ਦਿਨ ਮਿਲਾ ਲਿਓ, ਵਿਆਹ 'ਤੇ ਪਾਠ ਕਰਾ ਲਿਓ, ਕੋਈ ਚੜ੍ਹਾਈ ਕਰ ਗਿਆ ਤਾਂ ਪਾਠ ਕਰਾ ਲਿਓ। ਆਹੀ ਸਾਧਨ ਨੇ। ਅਸਲੀ ਮਾਰਗ ਜਿਹੜਾ ਹੈ ਬੰਦੇ ਨੇ ਇਹਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰਕੇ ਜਿਉਣਾ ਸਿੱਖਣਾ ਹੈ ਕਿ ਜਿਉਣਾ ਕਿਵੇਂ ਆ। ਸਾਡੇ ਜੀਵਨ ਦਾ ਕੋਈ ਐਸਾ ਸਵਾਲ ਨਹੀਂ ਜੋ ਅਸੀਂ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਰਮ ਕਰਦੇ ਹਾਂ ਨਾ ਪ੍ਰੇਮੀਓ। ਖਾਣ ਪੀਣ ਕੀ, ਸੋਚਣ ਕੀ, ਬੈਠਣਾ, ਬੋਲਣਾ, ਚੱਲਣਾ, ਸੌਣਾ, ਸੁਪਨੇ ਲੈਣੇ, ਖਾਣਾ ਪੀਣਾ, ਜੋ ਵੀ ਆ, ਹਰ ਇੱਕ ਸਵਾਲ ਦਾ ਜਵਾਬ ਗੁਰਬਾਣੀ 'ਚ ਹੈ ਜੇ ਅਸੀਂ ਲੱਭਾਂਗੇ ਤਾਂ। ਹੁਣ ਜਦ ਸੁਣੀ ਹੀ ਨਹੀਂ, ਕਿੰਨੀ ਦੁਨੀਆ ਅਣਭੋਗ ਤੇ ਕਿੰਨੇ ਆਏ ਹੋਏ ਆਪਾਂ। ਗੁਰੂ ਦੀ ਗੱਲ ਸੁਣਨ ਵਾਲੇ ਕਿੰਨੇ ਕਿੰਨੇ। ਕਿਉਂਕਿ ਸਭ ਤੋਂ ਉੱਤਮ ਹਰਿ ਕੀ ਕਥਾ, ਸਭ ਤੋਂ ਉੱਤਮ ਹੈ ਹਰੀ ਦੀ ਕਥਾ, ਰੱਬ ਦੇ ਰਾਹ ਦੀ ਵਿਚਾਰ, ਜੋ ਉੱਥੋਂ ਸਾਨੂੰ ਸੁਨੇਹਾ ਮਿਲ ਰਿਹਾ। ਇਹ ਨਹੀਂ ਵੀ ਅੱਜ ਬਾਪੂ ਜੀ ਦੀ ਅੰਤਮ ਅਰਦਾਸ ਭੋਗ ਆ, ਜੇ ਲਓ ਜੀ ਭੋਗ ਪੈ ਗਿਆ, ਅਰਦਾਸ ਹੋ ਗਈ, ਮਿਲੇ ਗਲੇ, ਰੋਟੀ ਪਾਣੀ ਛਕਿਆ, ਚਲੇ ਗਏ, ਮੁੜ ਗਏ, ਕੀ ਖਟਿਆ? ਕੁਛ ਲਾਹਾ ਖੱਟਣਾ ਇੱਥੋਂ, ਕੋਈ ਤਣਕਾ ਮਾਤਰ ਵਿਚਾਰ ਗੁਰੂ ਦੀ, ਰੱਬ ਦੇ ਰਾਹ ਦੀ ਭਰਾਈ ਅੰਦਰ ਵਸ ਜਾਏ। ਕੁਛ ਜੋ ਮਾੜੇ ਖਿਆਲਾਤ ਨੇ ਸਾਡੇ ਅੰਦਰ, ਅਸੀਂ ਉਹਨਾਂ ਵਿੱਚੋਂ ਕੁਛ ਤਿਆਗਦੇ ਜਾਈਏ, ਛੱਡਦੇ ਜਾਈਏ ਮਾੜੀਆਂ ਬਿਰਤੀਆਂ। ਮਰਨਾ ਸੌਖਾ ਹੋਊਗਾ, ਨਹੀਂ ਫਿਰ ਦੁਖੀ ਹੋਵਾਂਗੇ। ਫਿਰ ਜਿੰਨੀ ਜ਼ਿਆਦਾ ਕੋਈ ਉੱਤਮ ਚੀਜ਼ ਹੁੰਦੀ ਹੈ ਉਤਨੀ ਜ਼ਿਆਦਾ, ਉਨੇ ਹੀ ਜ਼ਿਆਦਾ ਭਾਂਡੇ ਨੂੰ ਉੱਤਮ ਬਣਾਉਣਾ ਪੈਂਦਾ, ਉਨੀ ਜ਼ਿਆਦਾ ਉਹ ਜਗ੍ਹਾ ਜਿਹੜੀ ਆ, ਥਾਂ ਜਿਹੜੀ ਆ, ਕੀਮਤੀ ਬਣਾਉਣੀ ਪੈਂਦੀ ਆ। ਸੋਨਾ ਕਿੰਨਾ ਕੀਮਤੀ ਆ। ਰੱਤੀ ਹੋਵੇ ਨਾ, ਇੱਕ ਰੱਤੀ, ਉਹਨੂੰ ਵੀ ਲਪੇਟ ਕੇ ਰੱਖਦੇ ਆ, ਲੁਕੋ ਲੁਕੋ ਕੇ। ਲੋਹਾ ਜਿਹੜਾ ਬੇਸ਼ੱਕ ਲੱਖਾਂ ਦਾ ਬਾਹਰ ਖੜਿਆ ਰਹਿੰਦਾ, ਕੋਈ ਗੌਲਦੀ ਨਹੀਂ। ਸੋਨਾ ਨਹੀਂ, ਕੋਈ ਨਹੀਂ ਡੇਗਦਾ ਬਾਹਰ। ਉੱਤਮ ਵਿਚਾਰ ਹੈ ਰੱਬ ਦੇ ਰਾਹ ਦੀ, ਸੁਨੇਹਾ ਮਿਲ ਰਿਹਾ ਕਿ ਸਦਨ ਹਾਰਾ ਸਿਮਰੀ ਹੈ ਨਾਨਕ ਸੇ ਦੇ ਅਵੰਨ। ਜਿਸ ਦਿਨ ਜਿਹਨੇ ਸੱਦਣਾ ਹੈ ਨਾ, ਉਹਨੂੰ ਚੇਤੇ ਰੱਖੀਏ। ਤੁਰਨਾ ਸਭ ਨੇ ਆ। ਇੱਥੇ ਬੰਦਾ ਕਰਨ ਕੀ ਆਇਆ, ਕਰਦਾ ਕੀ ਫਿਰਦਾ? ਉਹ ਮਾਰਗ ਅਸਲੀ ਜਿਹੜਾ ਹੈ, ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਆ ਦੁਨੀਆ ਦੀ ਕੋਈ ਵੀ ਸ਼ੈ ਵਸਤੂ ਨਾਲ ਜਾਣ ਵਾਲੀ ਨਹੀਂ, ਇੱਥੇ ਰਹਿ ਜੂ ਸਭ ਕੁਛ। ਇੱਕ ਰੱਬ ਦਾ ਨਾਮ ਜਾਊ, ਕੀਤੇ ਹੋਏ ਅਮਲ ਜਾਣਗੇ ਨਾਲ। ਇੱਧਰ ਉੱਧਰ ਦੇ ਬੰਦਾ ਬੜੇ ਹਿਸਾਬ ਕਿਤਾਬ ਰੱਖਦਾ, ਪਰ ਜ਼ਿੰਦਗੀ ਦਾ, ਆਪਣੇ ਸਾਹਾਂ ਦਾ, ਸਾਲਾਂ ਦਾ, ਇੰਨੀ ਜ਼ਿੰਦਗੀ ਮੇਰੀ ਗੁਜ਼ਰ ਗਈ, ਇੰਨਾ ਸਮਾਂ ਲੰਘ ਗਿਆ, ਇਹ ਕੋਈ ਸੋਚਦਾ। ਉਹ ਅਖੀਰੀ ਦਿਨ ਆ ਰਿਹਾ ਜਿਸ ਦਿਨ ਮੈਂ ਅੱਖਾਂ ਨਹੀਂ ਖੋਲਣੀਆਂ। ਇੱਕ ਦਿਨ ਐਸਾ ਚੜ੍ਹੇਗਾ ਸੰਸਾਰ ਦਾ ਜੀ, ਜਿੱਦੇ ਮਰਜ਼ੀ ਚੜ੍ਹ ਜਾਏ, ਸੋ ਦਿਨ ਆਵਣ ਲੱਗਾ। ਕਿਉਂਕਿ ਦਿਨ ਤੇ ਪਹਿਰ ਤੇ ਘਰੀਆਂ, ਆਵ ਕਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ, ਜਿਉ ਕਹੋ ਕਵਨ ਵਿਦ ਕੀਜੈ। ਹਰ ਇੱਕ ਦੇ ਸਿਰ ਤੇ ਕਾਲ ਕੂਕਦਾ, ਮੌਤ ਹੈ, ਮੰਡਰਾ ਰਹੀ ਆ। ਬੈਠੇ ਆ ਅਸੀਂ, ਕੁਛ ਵੀ ਕਰ ਰਹੇ ਹਾਂ, ਸੁੱਤੇ ਹਾਂ, ਦਿਨੋਂ ਦਿਨ ਸਾਡੇ ਕਦਮ ਜਿਹੜੇ ਨੇ, ਸਾਡਾ ਸਫ਼ਰ ਜਿਹੜਾ ਮੌਤ ਵੱਲ ਨੂੰ ਜਾ ਰਿਹਾ। ਅਖੀਰੀ ਦਿਨ, ਜਿਸ ਦਿਨ ਉਹ ਦਿਨ ਆ ਗਿਆ, ਉਹ ਜਗ੍ਹਾ ਆ ਗਈ, ਉਹ ਟਾਈਮ ਆ ਗਿਆ, ਉਸੇ ਦਿਨ ਅਸੀਂ ਉੱਡ ਜਾਣਾ।
ਚੜ੍ਹਾਈ ਕਰ ਜਾਣਾ। ਕੇਵਲ ਹੰਡਾਉਣ ਖਾਣ ਪੀਣ 'ਚ ਜੀਵਨ ਬਤੀਤ ਨਾ ਕਰੀਏ, ਨਹੀਂ ਫਿਰ ਖੁਆਰ ਹੋਵਾਂਗੇ। ਮਹਾਰਾਜ ਐਵੇਂ ਥੋੜ੍ਹੀ ਕਹਿ ਗਏ ਆ ਜੀ, ਪ੍ਰਾਣੀ ਇੱਕੋ ਨਾਮ ਤੇ ਆਵੋ, ਇੱਕ ਨਾਮ ਤੇ ਆਓ ਰੱਬ ਦਾ। ਆਪਣੀ ਪਤ ਸੇਤੀ ਕਰ ਜਾਵੋ। ਪਤ ਕੀ ਇੱਜ਼ਤ, ਆਪਣੀ ਇੱਜ਼ਤ ਖੁਦ ਲੈ ਕੇ ਜਾਓ। ਆਪਣਾ ਮਾਣ ਸਤਿਕਾਰ ਖੁਦ ਕੁਰਬਾਉਣਾ ਹੈ। ਹੁਣ ਇਹ ਨਹੀਂ ਹੈ ਕਿ ਚਲੋ ਬੰਦਾ ਚੜ੍ਹਾਈ ਕਰ ਗਿਆ, ਉਹਦੇ ਨਿਮਿਰਤ ਆਪਾਂ ਪਾਠ ਕਰਵਾ ਦਿੱਤਾ, ਕੀਰਤਨ ਕਰਵਾਤਾ, ਕਥਾ ਕਰਵਾਤੀ, ਅਰਦਾਸ ਹੋ ਗਈ, ਮਰੇ ਹੋਏ ਬੰਦੇ ਦੇ ਨਿਮਿਰਤ। ਹੁਣ ਅੱਗੋਂ ਉਹ ਸੁਣਦਾ ਜਾਂ ਨਾ ਸੁਣਦਾ ਸਾਨੂੰ ਨਹੀਂ ਪਤਾ। ਭਾਵ ਆਪਾਂ ਤਾਂ ਕਹਿੰਦੇ ਹਾਂ ਮਹਾਰਾਜ ਵਿਛੜੇ ਹੋਈ ਆ ਰੂਹ ਨੂੰ, ਇਸ ਜੀਵ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਈ, ਸਾਡੀ ਅਰਦਾਸ ਹੈ ਦਿਲੋਂ। ਪਰ ਅੱਗੋਂ ਜਵਾਬ ਤਾਂ ਨਹੀਂ ਨਾ ਮਿਲਿਆ ਸਾਨੂੰ, ਉਹਨੂੰ ਨਿਵਾਸ ਦਿੱਤਾ ਸੱਚਖੰਡ ਵਿੱਚ ਜਾਂ ਨਾ। ਅੱਗੋਂ ਜਵਾਬ ਹੈ ਉਹਦਾ, ਅਸੀਂ ਸੁਣ ਲਈਏ ਨਾ ਕਿ ਚੰਗਿਆਈਆਂ ਬਰਿਆਈਆਂ ਵਾਚੈ ਧਰਮ, ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅੱਗੇ ਕਰਮਾਂ ਦੀ ਨਿਬੇੜ ਹੈ ਕਿ ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋ ਸਾਖੀ ਪਾਸ। ਕਿਹੜਾ ਮੂੰਹ ਲੈ ਕੇ ਅਰਦਾਸਾਂ ਕਰਦੇ ਆ, ਬੰਦੇ ਦੇ ਪੁੰਨ ਪਾਪ ਪਹਿਲਾਂ ਗਵਾਹ ਖੜ ਜਾਂਦੇ ਆ। ਰਾਇਤ ਵੀ ਤਾਂ ਹੋਣੀ ਆ ਜੇ ਅਸੀਂ ਸਮਾਂ ਰਹਿੰਦੇ, ਜੀਵਨ ਰਹਿੰਦੇ ਕੁਛ ਚੰਗੇ ਕਰਮ ਕੀਤੇ ਹੋਣਗੇ ਤਾਂ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ, ਹਰ ਇੱਕ ਨੇ ਜਾਣਾ। ਫਿਰ ਕਹਿੰਦੇ ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ। ਭਾਈ ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਆਪਣਾ ਕਾਰਜ ਅਸੀਂ ਖੁਦ ਸਵਾਰਨਾ, ਆਪ ਖੁਦ। ਆਪਣਾ ਰਾਹ ਜਿਹੜਾ ਜੀਵਨ ਦਾ, ਆਪ ਉਹਨੂੰ ਸਾਫ਼ ਕਰਕੇ ਜਾਣਾ, ਬਾਅਦ ਚ ਨਹੀਂ ਫਿਰ ਹਰ ਬਿਸਰਤ ਸਦਾ ਖੁਆਰੀ। ਵਿਚਾਰ ਆਪਣੀ ਸਿਰਫ ਰੱਬ ਨਾਲ ਜੁੜਨ ਦੀ ਆ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜਿਹੜੀਆਂ ਨੇ, ਦਿੱਤੇ ਹੋਏ ਦਾਨ ਜਿਹੜੇ ਨੇ ਮਾਲਕ ਨੇ, ਕਿਰਪਾ ਜਿਹੜੀ ਕੀਤੀ ਹੋਈ ਆ, ਅੰਗ ਪੈਰ, ਗਿਆਨ ਇੰਦਰੇ, ਪ੍ਰਾਣ ਇੰਦਰੇ, ਧਿਆਨ ਇੰਦਰੇ, ਕਰਮ ਇੰਦਰੇ ਬਖਸ਼ੇ ਨੇ, ਮਨ ਬਖਸ਼ਿਆ, ਬੁੱਧ ਬਖਸ਼ੀ ਆ। ਹੁਣ ਜਿਹਦੇ ਕੋਲ ਨਹੀਂ ਉਹ ਕੀ ਕਰੇ? ਜਿਹੜਾ ਬੰਦਾ ਹੈ ਹੀ ਮੈਡ, ਜਿਹਦਾ ਬੁੱਧ ਦਾ ਤਲ ਕੰਮ ਨਹੀਂ ਕਰਦਾ, ਮੱਤ ਨਹੀਂ, ਜਿਹੜਾ ਬੰਦਾ ਮੈਡ ਹੈ, ਮੂਰਖ ਕਹਿ ਲਈਏ ਆਪਾਂ, ਪਾਗਲ ਕਹਿ ਲਈਏ, ਸਿੱਧਰਾ, ਉਹਦਾ ਕੀ ਜੀ ਨਹੀਂ ਕਰਦਾ ਚੰਗਾ ਕੁਛ ਖਾਣ ਪੀਣ ਨੂੰ, ਹੰਡਾਉਣ ਨੂੰ, ਚੰਗੀ ਤਰ੍ਹਾਂ ਜ਼ਿੰਦਗੀ ਜਿਉਣ ਨੂੰ ਸੰਸਾਰ 'ਚ। ਪਰ ਗੁਰਮੁਖੋ ਉਹ ਉਹਦੇ ਕਰਮ ਨੇ, ਤੇ ਜਿਹਨੂੰ ਦਿੱਤਾ ਹੋਇਆ ਉਹ ਕੁਛ ਕਰਦੇ ਨਹੀਂ। ਕਈ ਐਸੇ ਹੈ ਨੇ, ਮਿਲਦੇ ਨੇ, ਜਿਹੜੇ ਵਿਚਾਰੇ ਥੋੜ੍ਹੇ ਬਹੁਤੇ ਢਿੱਲੇ ਨੇ ਦਿਮਾਗੀ ਤੌਰ 'ਤੇ, ਉਹ ਬਾਣੀ ਸੁਣਦੇ ਨੇ, ਉਹ ਸੁਣਦੇ ਨੇ ਚਾਹੋ ਉਹਨਾਂ ਨੂੰ ਬਹਿ ਕੇ ਆਨੰਦ ਨਾਲ। ਤੇ ਜਿਹੜੇ ਠੀਕ ਠਾਕ ਨੇ, ਵਧੀਆ, ਉਹਨਾਂ ਨੂੰ ਮਾਣ, ਉਹ ਸੁਣਦੇ ਹੀ ਨਹੀਂ, ਪਤਾ ਹੀ ਨਹੀਂ। ਭਾਵ ਸਮਾਂ ਅੱਜ ਜਿਹੜੇ ਦਿਨ ਨੇ ਨਾ ਮੇਰੇ ਤੇ, ਕੱਲ ਨੂੰ ਨਹੀਂ ਰਹਿਣਗੇ। ਜੇ ਅੱਜ ਸੁੱਖ ਨੇ, ਮੈਨੂੰ ਆਪਣਾ ਆਪ ਨਹੀਂ ਦਿੰਦਾ, ਅੱਗੇ ਕੀ ਹੋਣਾ? ਕੱਲ ਨੂੰ ਦੁੱਖਾਂ ਨੇ ਵੀ ਆਉਣਾ। ਸਮਾਂ ਇੱਕੋ ਜਿਹੇ ਨਹੀਂ ਰਹਿੰਦੇ, ਬਦਲ ਜਾਣਗੇ। ਅੱਜ ਜੇ ਦੁੱਖ ਨੇ, ਕੱਲ ਨੂੰ ਸੁੱਖ ਵੀ ਆਉਣਗੇ। ਸਮਾਂ ਰਹਿੰਦੇ ਜੁੜੀਏ ਨਹੀਂ, ਫਿਰ ਹਰ ਬਿਸਰਤ ਸਦਾ ਖੁਆਰੀ। ਰੱਬ ਨੂੰ ਭੁਲਾ ਕੇ ਬੰਦਾ ਸਦਾ ਹੀ ਖੁਆਰ ਹੋਏਗਾ। ਸਦਾ ਖੁਆਰ ਕਹੀਏ, ਚਾਰੇ ਯੁੱਗ ਭਟਕੂਗਾ, ਟਿਕਾ ਨਹੀਂ ਜੇ ਮਿਲਣਾ। ਸਦਾ ਚਾਰੇ ਯੁੱਗ, ਕਦੇ ਜਨਮ ਲੈ ਲਿਆ, ਕਦੇ ਮਰ ਗਿਆ, ਫੇਰ ਮਰ ਗਿਆ, ਫੇਰ ਜਨਮ ਲੈ ਲਿਆ, ਏਦਾਂ ਜ਼ਿੰਦਗੀ ਗੁਜ਼ਰਦੀ ਜਾਊਗੀ। ਫਿਰ ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ।
ਪਰ ਕਾਰਨ ਪਤਾ ਕੀ ਹੈ? ਆ ਸੰਸਾਰ ਜਿਹੜਾ, ਦੁਨੀਆ ਜਿਹੜੀ ਆ ਨਾ, ਇੰਨੀ ਮਨਮੋਹਣੀ ਆ। ਭਾਵ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿੱਤ ਲਾਇਆ। ਮਾਇਆ ਕਹੀਏ ਪੈਸਾ ਨਹੀਂ, ਉਹ ਹਰ ਇੱਕ ਚੀਜ਼ ਮਾਇਆ ਜਿਹੜੀ ਸਾਨੂੰ ਰੱਬ ਤੋਂ ਦੂਰ ਕਰਦੀ ਆ, ਜਿਹੜੀ ਸਾਡੀ ਨਿਤਨੇਮ ਦੇ ਵਿੱਚ ਵਿਘਨ ਪੈਂਦੀ ਆ, ਉਹ ਹਰ ਇੱਕ ਚੀਜ਼ ਮਾਇਆ। ਮਾਇਆ ਦੀ ਅਪਣਤ, ਵਸਤੂਆਂ ਦੀ ਅਪਣਤ। ਕਹੀਏ ਧੀਆਂ ਪੁੱਤਰਾਂ ਦਾ ਮੋਹ ਹੈ, ਮਾਇਆ ਹੈ। ਆ ਪੈਸੇ ਦਾ ਮੋਹ ਹੈ, ਮਾਇਆ ਹੈ। ਪਦਾਰਥਾਂ ਦਾ ਮੋਹ ਹੈ, ਮਾਇਆ ਹੈ। ਕਾਰੋਬਾਰ ਦਾ ਮੋਹ ਹੈ, ਮਾਇਆ। ਜਿਹੜੀ ਰੁਕਾਵਟ ਬਣ ਜਾਂਦੀ ਹੈ ਬੰਦਗੀ ਦੇ ਰਸਤੇ ਦੇ ਵਿੱਚ, ਉਹ ਹਰ ਇੱਕ ਚੀਜ਼ ਮਾਇਆ। ਇਹ ਬਿਨਾਂ ਹੀ ਦੰਦਾਂ ਤੋਂ ਸੰਸਾਰ ਨੂੰ, ਜਗਤ ਨੂੰ ਖਾਈ ਜਾਂਦੀ ਆ। ਫਿਰ ਮਨਮੁਖ ਖਾਧੇ, ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਆ ਨਾ, ਮਨ ਦੀ ਗੱਲ ਮੰਨਦੇ ਨੇ। ਮਨ ਨਹੀਂ ਕਹਿੰਦਾ ਵੀ ਬਾਣੀ ਸੁਣ ਲਾ, ਕਦੇ ਵੀ ਨਹੀਂ ਕਹਿੰਦਾ। ਉਹ ਤਾਂ ਪਹਿਲੀ ਜਨਮਾਂ ਜਨਮਾਂਤਰਾਂ ਦੀ ਮੈਲ ਚੱਕੀ ਫਿਰਦਾ। ਜਨਮ ਜਨ ਕੀ ਸਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਆ, ਕਾਲਾ ਹੋਇਆ ਪਿਆ। ਸੋ ਗੁਰਮੁਖੋ, ਜਿਹਨੂੰ ਕਿਰਪਾ ਹੋ ਗਈ ਨਾ, ਉਹਦੀ ਜੀ ਤੇ ਕਿਰਪਾ ਹੋ ਜਾਂਦੀ ਹੈ ਮਾਲਕ ਦੀ, ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਉਹਨੂੰ ਫਿਰ ਇਹ ਮਾਇਆ ਛਲ ਨਹੀਂ ਸਕਦੀ। ਅਪਣੱਤ ਜਿਹੜੀ ਹੈ ਮਾਇਆ ਦੀ, ਉਹਨੂੰ ਛਲ ਨਹੀਂ ਸਕਦੀ। ਆ ਸੰਸਾਰ ਇਤਨਾ ਕਿ ਮਿੱਠਾ ਬਣਾਤਾ ਮਾਲਕ ਨੇ, ਬਣਾਉਣ ਵਾਲੇ ਨਾਲ ਨਹੀਂ ਜੁੜ ਰਹੇ ਲੋਕ। ਬਣੇ ਹੋਏ ਜਿਹੜੇ ਨੇ ਨਾ, ਬਣੇ ਹੋਏ ਆਪਾਂ ਜੀਵ, ਸਰੀਰ, ਉਹਨਾਂ ਨਾਲ ਜੁੜੀ ਜਾਂਦੇ ਨੇ। ਸਰੀਰਾਂ 'ਚ ਜੁੜ ਗਏ, ਸਰੀਰਾਂ 'ਚ ਫਸ ਗਏ, ਕਰਤੇ ਨਾਲ ਨਹੀਂ ਜੁੜੇ, ਉਹਦੀ ਕਿਰਤ ਨਾਲ ਜੁੜ ਗਏ। ਪਦਾਰਥ, ਸਰੀਰ, ਵਸਤੂਆਂ, ਮਾਇਆ, ਧਨ ਦੌਲਤ, ਕਾਰਾਂ ਕੋਠੀਆਂ, ਜ਼ਮੀਨ ਜਾਇਦਾਦ, ਸਭ ਕੁਛ ਉਹਦੇ ਵਿੱਚ ਜੁੜ ਗਿਆ ਬੰਦਾ। ਦੇਣ ਵਾਲੇ ਨਾਲ ਨਹੀਂ ਜੁੜਦਾ। ਤੇ ਫਿਰ ਸਿਮਰਨ ਤੋਂ ਬਿਨਾਂ ਕਿੱਦਾਂ ਦੀ ਹਾਲਤ ਹੋ ਜਾਂਦੀ ਹੈ ਬੰਦੇ ਦੀ। ਮਹਾਰਾਜ ਕਹਿੰਦੇ ਆ, ਬਿਨ ਸਿਮਰਨ ਜੋ ਜੀਵਨ ਵਲਣਾ, ਸਰਪ ਜੈਸੇ ਅਰਜਾਰੀ। ਸਿਮਰਨ ਤੋਂ ਬਿਨਾਂ ਬੰਦੇ ਦਾ ਜੀਵਨ ਜਿਹੜਾ ਸੱਪ ਵਾਂਗ ਹੈ। ਸੱਪ ਬੇਸ਼ੱਕ ਉਹਦੀ ਉਮਰ ਲੰਮੀ ਹੁੰਦੀ ਆ, ਤਾਕਤ ਵੀ ਹੁੰਦੀ ਆ, ਹਰ ਇੱਕ ਬੰਦਾ ਡਰਦਾ ਉਹ ਤੋਂ, ਡਰਦਾ ਉਹ ਵੀ ਆ। ਵੱਡੇ ਵੱਡੇ ਡਰਦੇ ਨੇ ਸੱਪ ਤੋਂ, ਡੰਗ ਨਾ ਮਾਰਦੇ। ਉਹ ਵੀ ਡਰਦਾ, ਉਹ ਵੀ ਨੱਠਦਾ ਫਿਰ ਬੰਦੇ ਨੂੰ ਦੇਖ ਕੇ, ਉਹਨੂੰ ਵੀ ਡਰ ਆ। ਉਹ ਵੀ ਡਰਦਾ। ਕਿੰਨੀ ਭੈੜੀ ਜੁਨੀ ਆ। ਸਾਰੀ ਜ਼ਿੰਦਗੀ ਉਹ ਆਪਣਾ ਪੇਟ ਕਸਰਿਆ ਕੇ ਤੁਰਦਾ। ਤਾਕਤ ਹੈ, ਉਮਰ ਲੰਮੀ ਹੁੰਦੀ ਹੈ ਉਹਦੀ ਬੇਸ਼ੱਕ, ਪਰ ਗੁਰਮੁਖੋ ਜ਼ਹਿਰ ਇੰਨੀ ਆ, ਆਪਣੀ ਜ਼ਹਿਰ ਦੇ ਵਿੱਚ ਆਪ ਹੀ ਮੱਚੀ ਜਾਂਦਾ ਉਹ। ਤੇ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਸਾਡੇ ਕੋਲ ਇੱਕ ਜ਼ਿਲ੍ਹੇ ਦਾ, ਦੇਸ਼ ਦਾ ਰਾਜ ਹੋਏਗਾ, 2-4 ਦੇਸ਼ਾਂ ਦਾ ਰਾਜ ਹੋ ਜੂ। ਚੌਧਰ ਤਾਂ ਇੱਕ ਪਿੰਡ ਦੀ ਨਹੀਂ ਮਾਣ ਹੁੰਦੀ ਬੰਦੇ ਕੋਲ, ਇੱਕ ਪਿੰਡ ਦੀ ਚੌਧਰ। ਤੇ ਨਵ ਖੰਡਨ ਕੋ ਰਾਜ ਕਮਾਵੇ, ਬੰਦਾ 9 ਖੰਡਾਂ, ਆ ਪ੍ਰਿਥਵੀ ਦੇ ਸ੍ਰਿਸ਼ਟੀ ਦੇ 9 ਖੰਡ ਨੇ। ਕਹਿੰਦੇ 9 ਖੰਡਾਂ ਦੇ ਵਿੱਚ ਰਾਜ ਹੋਵੇ, ਹੁਕਮ ਚੱਲਦਾ ਹੋਵੇ, ਲੋਕ ਕਹਿਣਾ ਮੰਨਦੇ ਹੋਣ, ਫਿਰ ਵੀ ਉਹ ਅੰਤ ਚੱਲੇ ਗੋ ਹਾਰੀ। ਨਾਮ ਤੋਂ ਬਿਨਾਂ ਮਿਲੀ ਹੋਈ ਜਿਹੜੀ ਜੀਵਨ ਦੀ ਬਾਜੀ ਆ ਨਾ, ਮਨੁੱਖਾ ਜਨਮ ਦੀ, ਹਾਰ ਕੇ ਜਾਊ। ਜਿੱਦੇ ਮਰਜੀ ਅਹੁਦੇ ਤੇ ਆ, ਆ ਸਾਰੀ ਸ੍ਰਿਸ਼ਟੀ ਦਾ, ਪ੍ਰਿਥਵੀ ਦਾ ਰਾਜ ਬੰਦੇ ਦੇ ਕੋਲ ਹੈ। ਗੋਰਖਨਾਥ ਕਹਿੰਦੇ ਗੁਰੂ ਨਾਨਕ ਨੂੰ, ਕਹਿੰਦੇ ਐ ਨਾਨਕ ਨਿਰੰਕਾਰ, ਤੂੰ ਸਾਡੇ ਧਰਮ 'ਚ ਆ ਜਾ, ਸਾਡੇ ਪੰਥ 'ਚ ਆ ਜਾ। ਗੁਰੂ ਨਾਨਕ ਕਹਿੰਦੇ ਕੀ ਮਿਲੂ? ਆਪਾਂ ਵੀ ਸੌਦਾ ਕਰਦੀਆਂ ਨਾ, ਵੀ ਅਗਲਾ ਕਵੇ ਵੀ ਸਾਡੀ ਪਾਰਟੀ 'ਚ ਆ ਜਾ, ਸਾਡੇ ਪਾਸੇ ਆ ਜਾ, ਫਿਰ ਆਪਾਂ ਕਹਿੰਦੇ ਕੀ ਦੇਵੋਗੇ? ਬੰਦਾ ਵਿਕੂਗਾ ਨਾ ਜੀ, ਵਿਕ ਕੀ ਜਾਂਦਾ ਉਧਰ ਪੈਸੇ ਤੇ।
ਕੁਛ ਨਾ ਕੁਛ ਦੇਣਗੇ ਉਹਨੂੰ, ਫੇਰ ਇਹ ਬੰਦਾ ਜਾਊ, ਉਹ ਤਾਂ ਜਾਂਦਾ ਨਹੀਂ। ਉਹ ਕਹਿੰਦੇ ਕੀ ਮਿਲੂ? ਗੁਰੂ ਨਾਨਕ ਨੂੰ ਆਖਣ ਲੱਗੇ ਗੋਰਖਨਾਥ, ਕਹਿੰਦੇ ਨਾਨਕ, ਜੋਗੀਆਂ ਦੇ ਕੋਲੇ ਜੋਗ ਮਤ ਸਾਧਨ ਹੁੰਦਾ ਹੈ, ਉਹ ਆਪਣੀ ਉਮਰ ਲੰਮੀ ਕਰ ਲੈਂਦੇ ਨੇ। ਜੋਗ ਮਤ 'ਚ ਸਵਾਸ ਦਸਮ ਦੁਆਰ 'ਚ ਚੜਾਉਣਾ ਸਿੱਖ ਜਾਂਦੇ ਨੇ। ਜਿੰਨੀ ਮਰਜ਼ੀ ਜ਼ਿੰਦਗੀ ਤੁਸੀਂ ਜਿੰਨਾ ਮਰਜ਼ੀ ਸਮਾਂ ਸੰਸਾਰ ਤੇ ਜਿਉਂਦਾ ਰਹਿ ਸਕਦੇ ਹੋ। ਕਹਿੰਦੇ ਠੀਕ ਆ। ਕਹਿੰਦੇ ਕਿੰਨੀ ਕੁ? ਕਹਿੰਦੇ ਤੇਰੀ ਉਮਰ 4 ਯੁੱਗਾਂ ਦੀ ਹੋ ਜੂ। ਆ ਸੰਸਾਰ ਦੀ ਉਮਰ 4 ਯੁੱਗਾਂ ਦੀ ਆ, 4 ਯੁੱਗਾਂ ਦੀ। ਤੇਰੀ ਉਮਰ 4 ਯੁੱਗਾਂ ਦੀ ਹੋ ਜਾਣੀ ਆ। ਹੋਰ ਲੋਕ ਤੇਰਾ ਕਹਿਣਾ ਮੰਨਣਗੇ, ਤੇਰੀ ਆਓ ਭਗਤ ਕਰਨਗੇ, ਤੇਰੇ ਨਾਲ ਤੁਰਨਗੇ, ਤੇਰੀ ਹਰ ਇੱਕ ਗੱਲ ਮੰਨਣਗੇ। ਕਹਿੰਦੇ ਹੋਰ? ਉਹ ਕਹਿੰਦੇ ਫਿਰ ਏਦੋਂ ਉੱਪਰ ਦੀ ਕੀ ਲੈਣਾ? ਸਾਡੀ ਆਹੀ ਦੌੜ ਆ ਨਾ ਜੀ। ਅਸੀਂ ਉਮਰ ਲੰਮੀ ਹੋਵੇ ਸਾਡੀ, 4 ਲੋਕ ਫਤਿਹ ਬੁਲਾਉਂਦੇ ਹੋਣ, ਸਲਾਮ ਕਰਦੇ ਹੋਣ, ਕਹਿਣਾ ਮੰਨਦੇ ਹੋਣ, ਅੱਗੇ ਪਿੱਛੇ ਡਰ ਕੇ ਸਾਥੋਂ ਤੁਰਨ, ਐਨੀ ਆਓ ਭਗਤ ਹੋਵੇ। ਆਹੀ ਛਾਲਾਂ ਨੇ, ਹੋਰ ਤਾਂ ਕੁਛ ਨਹੀਂ ਆ। ਕਹਿੰਦੇ ਹੋਰ ਕੀ ਮਿਲਣਾ? ਕਹਿੰਦੇ ਹੈਦੂ ਉੱਪਰ ਦੀ ਹੋਰ ਚਾਹੀਦਾ ਕੀ ਆ? ਫਿਰ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, ਕਹਿੰਦੇ ਗੋਰਖਨਾਥ, 4 ਯੁੱਗਾਂ ਦੀ ਕੀ ਗੱਲ ਕਰਦਾ? ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਤੂੰ 4 ਯੁੱਗ ਦੀ ਕੀ ਗੱਲ ਕਰਦਾ ਗੋਰਖਨਾਥ? ਉਮਰ ਮੇਰੀ 4 ਯੁੱਗਾਂ ਦੀ ਬਜਾਏ 4 ਅਰਬ 10, 4 ਗੁਣਾ 10 ਕਿੰਨਾ ਹੋ ਗਿਆ ਜੀ? 40। ਕਹਿੰਦੇ ਗੋਰਖਨਾਥ, 4 ਯੁੱਗਾਂ ਦੀ ਕੀ ਗੱਲ ਹੈ? ਉਮਰ 40 ਯੁੱਗਾਂ ਦੀ ਹੋ ਜਾਏ। ਜੇ ਯੁਗ ਚਾਰੇ ਆਰਜਾ ਹੋਰ ਦਸੂਣੀ 10 ਗੁਣਾ ਹੋਏ, 40 ਯੁੱਗ ਦੀ ਉਮਰ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ। 9 ਖੰਡ ਪ੍ਰਿਥਵੀ ਦੇ, ਸ੍ਰਿਸ਼ਟੀ ਦੇ, ਸਭ ਜਾਣਨ ਲੱਗ ਜਾਣ ਸਾਰੀ ਸ੍ਰਿਸ਼ਟੀ ਦੇ ਕਿ ਫਲਾਣਾ ਬੰਦਾ ਹੈ ਕੋਈ। ਤੇ ਚੰਗਾ ਨਾਵਰ ਖਾਇ ਕੈ ਜਸ ਕੀਰਤ ਜਗ ਲੈ। ਸਾਰੇ ਲੋਕ ਮੈਨੂੰ ਚੰਗਾ ਚੰਗਾ ਕਹਿਣ ਵੀ ਬਹੁਤ ਵਧੀਆ ਇਨਸਾਨ ਹੈ ਜੀ, ਐਦਾਂ ਹਰ ਇੱਕ ਦਾ ਕੰਮ ਕਰਦਾ ਕਰਾਉਂਦਾ, ਵਧੀਆ ਜਵਾਬ ਨਹੀਂ ਦਿੰਦਾ ਕਿਸੇ ਨੂੰ। ਠੀਕ ਹੈ, ਜਸ ਕੀਰਤ ਜਗ ਲੈ। ਜਸ ਵੀ ਵਡਿਆਈ ਹੁੰਦੀ ਹੈ, ਕੀਰਤੀ ਵੀ ਵਡਿਆਈ ਹੁੰਦੀ ਹੈ। 2 ਤਰ੍ਹਾਂ ਦੀ ਵਡਿਆਈ ਆ। ਜਸ ਜਿਹੜਾ ਹੁੰਦਾ ਹੈ ਉਹ ਹੁੰਦਾ ਕਿਸੇ ਦੀ ਪਿੱਠ ਪਿੱਛੇ ਬਾਅਦ ਵਿੱਚ ਕਰਨਾ। ਕੀਰਤੀ ਵੀ ਵਡਿਆਈ ਹੁੰਦੀ ਹੈ, ਕੀਰਤੀ ਵਡਿਆਈ ਹੁੰਦੀ ਹੈ ਮੂੰਹ ਤੇ ਕਰਨੀ। ਜਿਵੇਂ ਅੱਜ ਕੱਲ੍ਹ ਦੁਨੀਆ ਦਾ ਸੁਭਾਅ ਹੈ, ਮੂੰਹ ਤੇ ਕਿਆ ਬਾਤ ਆ ਜੀ, ਤੁਹਾਡੇ ਬਿਨਾਂ ਸਾਡਾ ਸਰਦਾ ਨਹੀਂ, ਐਦਾਂ ਵਡਿਆਈ ਕਰਨਗੇ ਇੱਕ ਦੂਜੇ ਦੀ। ਅਗਲਾ ਫੁੱਲ ਜਾਂਦਾ ਵੀ ਮੇਰੀ ਸਹਾਇਤਾ ਕਰਨ, ਬਾਅਦ ਵਿੱਚ ਫਿਰ ਉਹੀ ਬੰਦਾ ਤਵਾ ਵੀ ਲਾਉਂਦਾ। ਰਿਸ਼ਤੇਦਾਰ ਦੀ ਵਡਿਆਈ ਕਰੋ ਪਿੱਛੋਂ, ਦੋਸਤ ਮਿੱਤਰ ਦੀ, ਘਰ ਵਾਲੀ ਦੀ, ਘਰ ਵਾਲੇ ਦੀ, ਧੀ ਪੁੱਤ ਦੀ ਪਿੱਛੋਂ ਕਰੋ, ਪਿੱਠ ਪਿੱਛੇ, ਮੂੰਹ ਤੇ ਨਹੀਂ। ਉਹ ਫਿਰ ਮੂੰਹ ਤੇ ਕਰੀ ਹੋਈ ਬੜੀ ਆਪਾਂ ਨੂੰ ਵੀ ਕੀ ਹੁੰਦਾ ਵੀ ਆ ਇੰਨਾ ਸਾਡੇ ਤੇ ਮਾਣ ਹੈ, ਕੰਮ ਟੇਢਾ ਹੋ ਜਾਂਦਾ। ਤੇ ਗੁਰੂ ਦੀ ਵਡਿਆਈ ਕਰੋ ਗੁਰਸਿੱਖ ਪਿਆਰਿਓ ਮੂੰਹ ਤੇ, ਭਾਵ ਗੁਰੂ ਨੂੰ ਹਰ ਟਾਈਮ ਪ੍ਰਗਟ ਸਮਝੋ। ਮੈਂ ਇੱਥੇ ਨਾ ਸੋਚਾਂ ਵੀ ਗੁਰਦੁਆਰੇ ਰਹਿੰਦਾ ਗੁਰੂ। ਹੁਣ ਉਹ ਬਾਹਰ ਬੈਠੇ ਨੇ ਜਿਹੜੇ, ਉਹਨਾਂ ਨੂੰ ਐਵੇਂ ਹੀ ਲੱਗਦਾ ਵੀ ਅੰਦਰ ਤਾਂ ਬਾਹਲਾ ਔਖਾ ਉੱਥੇ ਬੈਠਣਾ, ਮਹਾਰਾਜ ਦੇ ਤਾਬੇ ਉੱਥੇ ਵੀ ਆ ਜਿੱਥੇ ਬੈਠੇ ਨੇ, ਪਰ ਉੱਥੇ ਉਹਨਾਂ ਦਾ ਇੱਧਰ ਕੰਨ ਨਹੀਂ। ਉਹਨਾਂ ਨੂੰ ਲੱਗਦਾ ਵੀ ਅੰਦਰ ਹੈ ਉੱਥੇ ਵੀ ਆ, ਜੇ ਉੱਥੇ ਸੁਣ ਰਹੇ ਠੀਕ ਹੈ, ਉੱਥੇ ਇਹਨਾਂ ਦਾ ਕੰਨ ਨੇ, ਉੱਥੇ ਉਹਨਾਂ ਦੀਆਂ ਚੁਗਲੀਆਂ ਨੇ, ਗੱਲਾਂ ਨੇ, ਬਸ ਇੱਧਰ ਉੱਧਰ ਦੀਆਂ ਬੈਠੇ ਨੇ ਡੰਡਲੀਆਂ ਬਣਾ ਕੇ। ਗੁਰੂ ਦੀ ਵਡਿਆਈ ਕਰੋ ਮੂੰਹ ਤੇ, ਰਿਸ਼ਤੇਦਾਰ ਦੀ ਕਰੋ ਪਿੱਛੋਂ। ਉਹ ਕਹਿੰਦੇ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ। ਸਾਰੇ ਚੰਗਾ ਚੰਗਾ ਕਹਿਣ, ਮੈਂ ਚੰਗਾ ਜਿਹਾ ਨਾਂ ਰੱਖ ਲਾਂ ਆਪਣਾ, ਮੇਰਾ ਨਾਂ ਜਪਣ ਸਾਰੇ ਰਟਣ ਵੀ ਕਿਆ ਬਾਤ ਆ, ਫਲਾਣਾ ਬੰਦਾ ਹੈ, ਫਲਾਣਾ ਬੰਦਾ ਹੈ। ਤੇ ਗੁਰਮੁਖੋ ਉਹ ਕਹਿੰਦੇ ਜਸ ਕੀਰਤ, ਮੂੰਹ ਤੇ ਵੀ ਲੋਕ ਵਡਿਆਈ ਕਰਨ, ਪਿੱਛੋਂ ਵੀ ਜਦੋਂ ਮੈਂ ਨਾ ਹੋਵਾਂ ਉਦੋਂ ਵੀ ਮੇਰੀਆਂ ਗੱਲਾਂ ਹੋਣ। ਗੁਰੂ ਨਾਨਕ ਕਹਿੰਦੇ ਗੋਰਖਨਾਥ 40 ਯੁੱਗਾਂ ਦੀ ਉਮਰ ਹੋ ਜਾਏ, ਸਾਰੀ ਸ੍ਰਿਸ਼ਟੀ ਤੇ ਰਾਜ ਹੋ ਜਾਏ, ਨਾਲ ਸਾਰੇ ਚੱਲਣ, ਮੇਰਾ ਕਹਿਣਾ ਮੰਨਣ, ਮੇਰਾ ਨਾਮ ਰਟਣ, ਮੇਰੇ ਮੂੰਹ ਤੇ ਵੀ ਮੇਰੇ ਪਿੱਛੋਂ ਵੀ,
ਇੱਕੇ ਤੁਕ ਚ ਜਵਾਬ ਦਿੱਤਾ ਮਹਾਰਾਜ ਨੇ, ਕਹਿੰਦੇ ਗੋਰਖਾ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ, ਕਿ ਜੇ ਉਹਨੂੰ ਨਜ਼ਰ ਨਾ ਆਏ, ਰੱਬ ਦੀ ਨਿਗਾਹ ਚ ਨਾ ਸੀ ਆਏ, ਕਿਸੇ ਨੇ ਬਾਤ ਨਹੀਂ ਪੁੱਛਣੀ, ਕਿਸੇ ਨੇ ਢੋਈ ਨਹੀਂ ਦੇਣੀ। ਇੱਕ ਦਿਨ ਤਾਂ ਆ ਦੁਨੀਆ ਨੂੰ, ਸੰਸਾਰ ਨੂੰ ਛੱਡ ਕੇ ਜਾਣਾ ਨਾ ਜੀ, ਉਥੇ ਸੱਚ ਦੀ ਨਿਬੇੜ ਹੋਏਗੀ। ਕਿਉਂਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਥੇ ਆਪੋ ਆਪਣੇ ਕਰਮਾਂ ਦੀ ਨਿਬੇੜ ਆ, ਉਹ ਆਪ ਵੀ ਸੱਚਾ, ਉਹਦਾ ਦਰਬਾਰ ਵੀ ਸੱਚਾ। ਆ ਕਈ ਵਾਰ ਦੁਨੀਆ ਦੇ ਰਾਜੇ ਸੱਚੇ ਨੇ, ਦਰਬਾਰੀ ਝੂਠੇ ਨੇ। ਜੇ ਰਾਜਾ ਝੂਠਾ ਹੈ ਤਾਂ ਦਰਬਾਰੀ ਸੱਚੇ ਨੇ, ਮੇਲ ਨਹੀਂ ਖਾਂਦੀ ਗੱਲ। ਜੇ ਉੱਪਰੋਂ ਕੋਈ ਸਹੂਲਤ ਦੇਤੀ, ਪੰਜਾਬੀ ਚ ਸਮਝ ਲਈਏ ਕੋਈ ਗ੍ਰਾਂਟ ਦੇਤੀ, ਜਿਹੜੇ ਅੱਗੇ ਹੁੰਦੇ ਨੇ ਮੇਰੇ ਵਰਗੇ, ਉਹ ਆਪੇ ਖਾ ਜਾਂਦੇ ਨੇ, ਪਿੰਡ ਚ ਲਾਉਂਦੇ ਹੀ ਨਹੀਂ। ਕਈ ਵਾਰ ਜਿਹੜੇ ਅੱਗੇ ਕਰਨ ਵਾਲੇ ਹੁੰਦੇ ਨੇ ਤੁਹਾਡੇ ਵਰਗੇ, ਉਹਨਾਂ ਨੂੰ ਅੱਗੋਂ ਮਿਲਦੀ ਨਹੀਂ। ਗੱਲਾਂ ਸਾਰੇ ਨੇ, ਪਰ ਉੱਥੇ ਆ ਚੀਜ਼ ਨਹੀਂ ਆ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਉੱਥੇ ਸੱਚ ਦੀ ਨਿਬੇੜ ਹੋਏਗੀ। ਉੱਥੇ ਨਹੀਂ ਰਿਸ਼ਵਤ ਚੱਲਣੀ ਜੀ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਅੱਗੇ ਨਵਿਆਂ ਦੇ ਨਾਲ ਬਾਹ ਪੈਣਾ ਹੈ। ਇਥੋਂ ਦਰਗਾਹ ਦਾ ਖਰਚਾ ਇਕੱਠਾ ਕਰਨ ਆਇਆ, ਉਹ ਕਰ ਲਈਏ ਇਕੱਠਾ, ਪਾ ਲਈਏ ਝੋਲੀ ਚ ਆਪਣੀ ਚ, ਕੁਛ ਸੁੱਖ ਮਿਲ ਸਕਦਾ ਨਹੀਂ। ਫਿਰ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ, ਕਿ ਲੱਖ ਮੇਰਾ ਹੁਕਮ ਚੱਲੇ ਦੁਨੀਆ ਤੇ। ਉਹ ਕਹਿੰਦੇ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਸੋਹਣਾ ਕੱਪੜਾ, ਸੋਹਣਾ ਰੂਪ, ਜਵਾਨੀ, ਮੈਨੂੰ ਮਾਣ ਅੱਜ ਮੇਰੇ ਤੇ ਜਵਾਨੀ ਆ। ਉਹ ਕੀ ਕਹਿੰਦਾ, ਸੂਹਾ ਰੰਗ ਦਿਨ ਥੋੜਾ ਹੋਵੇ, ਸਜਾਂਦੇ ਬਿਲਮ ਨਾ ਲਾਏਂਦਾ। ਆ ਸੋਹਣਾ ਰੰਗ ਜਵਾਨੀ 4 ਦਿਨਾਂ ਦੀ ਆ। ਜਾਣ ਲੱਗਿਆ ਟਾਈਮ ਤੋਂ ਆ ਬਜ਼ੁਰਗ ਬੈਠੇ ਨੇ ਬਾਪੂ, ਇਹ ਕਿਹੜਾ ਇਦਾਂ ਦੀ ਸੀ ਬਜ਼ੁਰਗ ਸੀਗੇ, ਕਦੇ ਬਚਪਨ ਵੀ ਹੋਇਆ, ਜਵਾਨੀ ਵੀ ਲੰਘੀ ਸਾਡੇ ਵਾਲੀ ਅਵਸਥਾ। ਅੱਜ ਚਿੱਟੇ ਨੇ, ਕਾਲੀ ਹੂਫਣ ਧੌਲੇ ਆਏ, ਬਿਨ ਨਾਵੇਗਾ ਬਥ ਗਿਆ ਗਵਾਏ। ਕਾਲੀਆਂ ਤੋਂ ਧੌਲੇ ਆ ਗਏ, ਨਾਮ ਤੋਂ ਬਿਨਾ ਗਵਾ ਕੇ ਚਲਾ ਗਿਆ ਸਭ ਕੁਛ। ਭਾਈ ਰੇ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਨਾਮ ਹੁਣ ਬੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕੇ ਖਾਏ। ਹੁਣ ਬੱਤੈ ਨਾਮ ਬੀਜਣ ਦੀ, ਬੱਤ ਕਿਹੜੀ ਜੀ, ਅੰਗ ਪੈਰ ਸਹੀ ਚੱਲਦੇ ਨੇ। ਉੱਠ ਕੇ ਮੈਂ ਆਪ ਇਸ਼ਨਾਨ ਕਰ ਸਕਦਾ, ਰੱਬ ਰੱਬ ਮੈਂ ਕਰ ਸਕਦਾ, ਸੰਗਤ ਚ ਆ ਕੇ ਬਹਿ ਸਕਦਾ। ਉਹ ਹੈ ਕਿ ਰੰਗ ਮਾਣਲਾ ਪਿਆਰਿਆ, ਜਾਂ ਜੋਬਨ ਨਾ ਹੁਲਾ। ਦਿਨ ਥੋੜੜੇ ਥੱਕੇ, ਭਇਆ ਪ੍ਰਾਣਾ ਝੋਲਾ। ਉਹ ਮਨਾ ਸਜਣਾ ਰੰਗ ਮਾਣ ਲੈ, ਰੱਬ ਦੀ ਰਜਾ ਚ ਰਹਿ। ਜਾਂ ਜੋਬਨ ਨਾ ਹੁਲਾ, ਜਿੰਨਾ ਟਾਈਮ ਤੇਰੇ ਸਰੀਰ ਚ ਨਵੀਂ ਜਾਨ ਹੈ, ਭਾਵ ਤੂੰ ਆਪਣੇ ਸਹਾਰੇ ਤੁਰ ਫਿਰ ਸਕਦਾ, ਸੰਗਤ ਚ ਜਾ ਸਕਦਾ, ਇਸ਼ਨਾਨ ਕਰਕੇ ਬਹਿ ਸਕਦਾ। ਪਰ ਜਦੋਂ ਸਹਾਰਾ ਲੈਣ ਲੱਗ ਗਿਆ ਨਾ ਜੀ, ਉਹ ਟਾਈਮ ਕੀ ਹੋਣਾ। ਰੱਬ ਦੇ ਨਾਮ ਜਪਣ ਦਾ ਵੀ ਸਮਾਂ ਹੈ, ਪਰ ਅੱਜ ਦੀ ਜਵਾਨੀ ਨੂੰ ਲੱਗਦਾ ਕਿ ਮੰਦਿਰ, ਗੁਰਦੁਆਰੇ, ਮਸਜਿਦ ਜੋ ਵੀ ਨੇ ਧਾਰਮਿਕ ਸਥਾਨ ਸਾਡੇ ਸੰਸਾਰ 'ਚ ਧਰਮਾਂ ਦੇ, ਨਵੀਂ ਜਨਰੇਸ਼ਨ ਨੂੰ, ਜਵਾਨੀ ਨੂੰ ਲੱਗਦਾ ਕਿ ਉਹ ਧਾਰਮਿਕ ਸਥਾਨ ਜਿਹੜੇ ਨੇ ਬਜ਼ੁਰਗਾਂ ਵਾਸਤੇ ਬਣੇ ਨੇ। ਤਾਂ ਹੀ ਕਰਕੇ ਬਜ਼ੁਰਗੀ ਹੁੰਦੇ ਨੇ ਤਕਰੀਬਨ। ਜਵਾਨ ਅਵਸਥਾ ਕੋਈ ਕੋਈ ਹੁੰਦੀ ਹੈ ਸੰਗਤ ਦੇ ਵਿੱਚ, ਕੋਈ ਕੋਈ ਹੁੰਦਾ ਹੈ। ਲੱਗਦਾ ਕਿ ਇਹ ਉਹਨਾਂ ਵਾਸਤੇ ਨੇ। ਜਵਾਨੀ ਬਸ ਖਾਣਾ ਪੀਣਾ। ਕਈ ਗੁਰਮੁਖੋ ਦਾਦੇ ਪੜਦਾਦੇ ਬੈਠੇ ਨੇ, ਪੋਤੇ ਪੜੋਤੇ ਪਹਿਲਾਂ ਤੁਰ ਗਏ, ਕੀ ਮੇਲ ਰਹਿ ਗਿਆ। ਜਾਂ ਜੋਬਨ ਨਾ ਹੁਲਾ, ਜਿੰਨਾ ਟਾਈਮ ਸਰੀਰ ਵਿੱਚ ਨਵੀਂ ਜਾਨ ਹੈ, ਰੱਬ ਰੱਬ ਕਰ ਲੋ। ਰੱਬ ਨਾਲ ਜੁੜਨ ਦਾ, ਸੰਗਤ ਕਰਨ ਦਾ, ਬਾਣੀ ਪੜ੍ਹਨ ਦਾ ਸਮਾਂ ਸੁਣ ਲਓ, ਮਹਾਰਾਜ ਨੂੰ ਪੜ੍ਹ ਲਓ ਕਿ ਜਬ ਲਗ ਜਰਾ ਰੋਗ ਨਹੀਂ ਆਇਆ। ਬੰਦਿਆ ਜਿੰਨਾ ਟਾਈਮ ਤੇਰੇ ਤੇ ਬੜੇਪਾ ਨਹੀਂ ਆ ਜਾਂਦਾ, ਉਦੋਂ ਪਹਿਲਾਂ ਰੱਬ ਰੱਬ ਕਰ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨਾ ਟਾਈਮ ਬੜੇਪੇ ਨੇ, ਕਾਲ ਨੇ, ਸਮੇਂ ਨੇ, ਕਾਇਆ ਕਹੀਏ ਸਰੀਰ, ਆ ਸਰੀਰ ਨੂੰ ਜਕੜ ਨਹੀਂ ਲਿਆ। ਸਮੇਂ ਦੀ ਫੇਰ ਹੁੰਦਾ ਜੀ,
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ, ਇੰਨੀ ਨਿੱਕੀ ਜੰਗੀ ਐ ਥਲ ਡੂੰਗਰ ਭਵਿਓ, ਅੱਜ ਫਰੀਦੈ ਕੂਜੜਾ ਸੈ ਕੋਹਾਂ ਥਿਓ। ਕਹਿੰਦੇ ਆ ਨਿੱਕੀਆਂ ਨਿੱਕੀਆਂ ਜੰਗਾਂ ਕੀ ਇਹ ਲੱਤਾਂ, ਆ ਨਿੱਕੀਆਂ ਲੱਤਾਂ ਦੇ ਨਾਲ ਦੁਨੀਆ ਗਾਤੀ। ਮਾਰੂ ਥਲ ਘੁੰਮ ਆਏ, ਟਿੱਬੇ ਪਹਾੜ ਘੁੰਮ ਆਏ, ਪਰ ਅੱਜ ਫਰੀਦੈ ਕੂਜੜਾ ਸੈ ਕੋਹਾਂ ਥਿਓ। ਅੱਜ ਕਹਿੰਦੇ ਮੰਜੇ ਦੇ ਸਰਾਣੇ ਪਾਣੀ ਦਾ ਕੁੱਜਾ ਪਿਆ, ਲੋਟਾ ਕਹਿ ਲੋ, ਕੁੱਜਾ ਕਹਿ ਲੋ, ਚਲੋ ਅੱਜ ਆਪਾਂ ਜੱਗ ਜਾਂ ਗਲਾਸ ਰੱਖ ਲੈਨੇ ਆ, ਹੈਂ ਜੀ। ਉਹ ਕਹਿੰਦੇ ਅੱਜ ਫਰੀਦੈ ਕੂਜੜਾ ਸੈ ਕੋਹਾਂ ਥਿਓ। ਇੰਨੀ ਹਿੰਮਤ ਨਹੀਂ ਪੈਂਦੀ ਮੈਂ ਕਿ ਆਪਣੀ ਬਾਂਹ ਨਾਲ ਆਪ ਉਹ ਜਿਹੜਾ ਮੰਜੇ ਦੇ ਸਰਾਣੇ ਕੁੱਜਾ ਜੱਗ ਕੁਛ ਵੀ ਪਿਆ ਮੈਂ ਚੁੱਕ ਲਾਂ, ਤਾਕਤ ਨਹੀਂ। ਸਮੇਂ ਦੀ ਫੇਰ ਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਸਮੇਂ ਦੀ ਫੇਰ ਹੁੰਦਾ ਜੀ। ਜਿਹੜਾ ਬੰਦਾ 20-20 ਘੰਟੇ, ਕੀ ਆ ਗਿਆ ਬਾਪੂ, ਰੱਬ ਰੱਬ ਕਰ ਲੋ ਸਜਣੋ, ਕੁਛ ਨਹੀਂ ਜਾਂਦਾ ਨਾਲ। ਜਿਹੜਾ ਬੰਦਾ 20-20 ਘੰਟੇ ਹਲ ਵਾਹ ਕੇ ਨਹੀਂ ਥੱਕਦਾ ਅੱਕਦਾ ਹੁੰਦਾ। ਦੁਨੀਆ ਵੇਖੀ ਆ ਸਿਆਣਿਆਂ ਨੇ, ਚਲੋ ਮੇਰੀ ਤਾਂ ਉਮਰ ਇੰਨੀ ਹੈ ਨਹੀਂ, ਪਤਾ ਹੈ ਜਿਹੜੇ ਬਜ਼ੁਰਗ ਹੋ ਗਏ 70-80 ਤੋਂ ਟੱਪੇ ਹੋਏ ਆ, ਜਿਹੜੇ 20-20 ਘੰਟੇ ਹਲ ਵਾਹ ਕੇ, ਟਰੈਕਟਰ ਵਾਹ ਕੇ ਨਹੀਂ ਸੀ ਅੱਕਦਾ ਥੱਕਦਾ। ਜਵਾਨੀ ਸੀ, ਮਾਰਦਾ ਸੀ ਸਾਲਾ, ਵੱਜਦੀਆਂ ਸਨ, ਜਿੱਧਰ ਮਰਜ਼ੀ ਚੜਾ ਦੋ, ਹੁਣ ਜਵਾਨੀ ਆ। ਫਿਰ ਉਹੀ ਬੰਦੇ ਨੂੰ ਸਹਾਰੇ ਦੀ ਲੋੜ ਪੈਂਦੀ ਆ ਨਾ ਜੀ, ਡਰ ਲੱਗਦਾ ਫਿਰ ਡਿੱਗ ਨਾ ਜਾਵਾਂ। ਸੋਟੀ ਦੀ ਲੋੜ ਪੈ ਜਾਂਦੀ ਹੈ, ਸਹਾਰਾ ਤੱਕਣਾ ਪੈਂਦਾ। ਕਈਆਂ ਨੂੰ ਹੁਣ ਚੁੱਕ ਕੇ ਖੜਾ ਕਰਨਾ ਪੈਂਦਾ ਜੀ, ਚੁੱਕ ਕੇ। ਦਵਾਈ ਵੀ ਕਈ ਵਾਰ ਆਪ ਪਿੱਛੇ ਚੁੱਕ ਕੇ, ਹੱਥ ਢੂੰ ਲਾ ਕੇ, ਕੋਈ ਰੱਬ ਨਾ ਕਰੇ ਕਿਸੇ ਤੇ ਇਹ ਦਿਨ ਆਉਣ, ਪਰ ਸਮੇਂ ਦਾ ਫੇਰ ਹੈ। ਰੱਬ ਨਾਲ ਜੁੜਨ ਦਾ ਸਮਾਂ ਜਿਹੜਾ ਹੈ, ਉਹ ਕਹਿੰਦੇ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ। ਸੁੱਧ ਬੋਲ ਸਕਦਾ, ਸੁੱਧ ਸੁਣ ਸਕਦਾ, ਰੱਬ ਰੱਬ, ਅੱਲਾ, ਖੁਦਾ, ਗੋਡ, ਵਾਹਿਗੁਰੂ, ਜੋ ਵੀ ਚੰਗਾ ਲੱਗਦਾ ਤੈਨੂੰ ਆਪਣੀ ਜੀਭ ਨਾਲ ਤੂੰ ਕਹਿ ਸਕਦਾ। ਹੁਣ ਗੁਰਮੁਖੋ ਜਦ ਬੋਲਣ ਦੀ ਸ਼ਕਤੀ ਗਈ, ਉਹ ਕਹਿੰਦੇ ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ। ਸਾਨੂੰ ਲੱਗਦਾ ਕਿ ਬੁੜੇ ਹੋ ਕੇ ਜਪਾਂਗੇ, ਕਿੱਥੇ ਲਿਖਿਆ ਕਿ ਬੁੜੇ ਹੋਣਾ। ਤਾਂ ਹੀ ਕਈ ਵਾਰ ਕਿਹਾ ਜਾਂਦਾ, ਬੁੜਿਆ ਤੇਰੀਆਂ ਸਿਵਿਆਂ ਚ ਲੱਤਾਂ ਨੇ, ਬਾਹਰ ਕਿਹਦੀਆਂ ਨੇ, ਸਭ ਦੀਆਂ ਸਿਵਿਆਂ ਚ ਹੀ ਨੇ। ਕਈ ਹੁਣ ਜਵਾਨੀ ਤੁਰ ਗਈ, ਬੜੇ ਰੱਬ ਨਾ ਕਰੇ ਕਿਸੇ ਦੇ ਘਰ ਏਦਾਂ ਹੋਵੇ, ਜਵਾਨੀ ਪਹਿਰੇ ਛੱਡ ਗਏ ਜੀ ਘਰਾਂ ਨੂੰ, ਘਰ ਖਾਲੀ ਹੋ ਗਏ। ਇਸ ਕਰਕੇ ਉਹ ਸਮੇਂ ਦੀ ਉਡੀਕ ਨਾ ਕਰੋ ਕਿ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸੇ ਪਛਤਾਏਂਗੇ ਪ੍ਰਾਣ ਜਾਏਂਗੇ ਛੂਟ। ਜਦੋਂ ਸਮਾਂ ਲੰਘ ਗਿਆ ਉਦੋਂ ਪਛਤਾਉਣਾ ਪੈਣਾ। ਸਮੇਂ ਦੀ ਉਹਦੀ ਉਡੀਕ ਨਾ ਕਰੀਏ। ਹੁਣ ਜਿੰਨਾ ਟਾਈਮ ਮੇਰੇ ਕੋਲ ਸ਼ੁੱਧ ਬੋਲਣ ਦੀ ਸ਼ਕਤੀ ਆ, ਸੁਣਨ ਦੀ ਸ਼ਕਤੀ ਆ, ਜਦੋਂ ਹੁਣ ਸੁਣਨੋਂ ਬੰਦ ਹੋ ਗਿਆ, ਉਸ ਟਾਈਮ ਤਾਂ ਜਦੋਂ ਬਜ਼ੁਰਗ ਅਵਸਥਾ ਦੇ ਵਿੱਚ ਕਈ ਹੈਗੇ ਆ ਬਜ਼ੁਰਗ ਮੰਜੇ ਦੇ ਨਾਲ ਜੁੜੇ ਨੇ, ਲਾ ਉਹਨਾਂ ਨੂੰ ਬੁਲਾਇਓ ਤੁਸੀਂ। ਪਹਿਲੀ ਗੱਲ ਤਾਂ ਉਹਨਾਂ ਨੂੰ ਸੁਣਦਾ ਨਹੀਂ ਚੰਗੀ ਤਰ੍ਹਾਂ, ਕੋਲ ਹੋ ਕੇ ਦੱਬ ਕੇ ਬੋਲਣਾ ਪੈਂਦਾ। ਉਦੋਂ ਕਿਆ ਹੋਏਗਾ ਜੀ, ਸਪਤ ਪਤਾਲ ਕੀ ਬਾਣੀ, ਜਦੋਂ ਉਹਦੇ ਕੰਨ ਕੋਲ ਕੋਈ ਬਾਣੀ ਸੁਣਾਊ ਬੋਲੂ ਜਾਂ ਕੁਛ ਵੀ, ਉਹਨੂੰ ਸਮਝ ਨਹੀਂ ਆਉਣਾ, ਉਹ ਰੋਲ ਘਚੋਲਾ ਹੋਊਗਾ, ਉਹਨੂੰ ਏਦਾਂ ਲੱਗੂ ਜਿਵੇਂ ਕੋਈ 7ਵੇਂ ਪਤਾਲ 'ਚ ਬੋਲਦਾ ਹੁੰਦਾ, ਸਮਝੇ ਨਹੀਂ ਆਉਣੀ। ਤੇ ਨਾ ਹੀ ਆਪਣੀਆਂ ਜੀਭ ਤੋਂ ਰੱਬ ਰੱਬ ਨਿਕਲਣਾ। ਉਹ ਕਹਿੰਦੇ ਨੈਣੋ ਨੀਰ ਵਹਿ ਤਨ ਖੀਨਾ, ਭਏ ਕੇਸ ਦੁੱਧ ਬਾਨੀ। ਫਰਕ ਹੈ ਸਰੀਰ 'ਚ। ਨੈਣੋ ਨੀਰ, ਆ ਹੁਣ ਜਵਾਨੀ ਪਹਿਰੇ ਥੋੜੀ ਅੱਖਾਂ 'ਚੋਂ ਪਾਣੀ ਨਿਕਲਦਾ। ਬਜ਼ੁਰਗਾਂ ਦੀਆਂ ਅੱਖਾਂ ਕਦੇ ਵੇਖਿਓ, ਆ ਮਾਸ ਨਾਲ ਆਪਣੇ ਮਾਸ ਦਾ ਕੰਪੈਰੀਜ਼ਨ ਕਰਿਓ ਉਹਨਾਂ ਦੇ ਮਾਸ ਦਾ, ਕਈ ਵਾਰ ਬਜ਼ੁਰਗਾਂ ਨਾਲ। ਹਣਾ ਜਵਾਨੀ ਦਾ ਮਾਸ ਆ, ਇੱਕ ਬਜ਼ੁਰਗ ਅਵਸਥਾ ਦਾ ਕਿੱਦਾਂ ਦਾ। ਨੈਣੋ ਨੀਰ ਵਹਿ, ਅੱਖਾਂ 'ਚੋਂ ਪਾਣੀ ਵਗਣ ਲੱਗ ਜਾਂਦਾ। ਬਥੇਰੀ ਕੋਸ਼ਿਸ਼ ਕਰਨ ਦੇ, ਦਵਾਈ ਬੂਟੀ ਕੰਮ ਹੀ ਨਹੀਂ ਕਰਦੀ। ਸੁਨੇਹਾ ਆ ਰਿਹਾ, ਦਿਨੋਂ ਦਿਨ ਮੌਤ ਦੇ ਕਿਨਾਰੇ ਹੁੰਦੇ ਜਾਂਦੇ ਆ। ਤਨ ਖੀਨਾ, ਭਏ ਕੇਸ ਦੁੱਧ ਬਾਨੀ, ਸਰੀਰ ਨਿਸਲ ਹੋ ਗਿਆ, ਸਹਾਰਾ ਤੱਕਣ ਲੱਗ ਗਿਆ ਕਿਸੇ ਨਾ ਕਿਸੇ ਦਾ, ਸੋਟੀ ਦਾ, ਜਾਂ 4 ਬੰਦੇ ਚੱਕ ਕੇ ਖੜਾ ਕਰਦੇ ਆ। ਉਹ ਕਹਿੰਦੇ ਤਨ ਖੀਨਾ, ਸਰੀਰ
ਭਏ ਕੇਸ ਦੁੱਧਵਾਨੀ, ਜਿਹੜੇ ਕਾਲੇ ਸੀ ਚਿੱਟੇ ਹੋ ਗਏ ਦੁੱਧ ਵਰਗੇ। ਤੇ ਰੁਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ। ਜਿਹੜਾ ਬੰਦਾ ਕਹਿੰਦਾ ਵੀ ਬੁੜਾ ਹੋ ਕੇ ਮੈਂ ਜਪੂ, ਰੱਬ ਰੱਬ ਕਰੂ, ਕੰਠ ਰੁਕ ਗਿਆ ਕਫ ਦੇ ਨਾਲ, ਕੋਸ਼ਿਸ਼ ਬੜੀ ਕਰਦਾ ਬੰਦਾ ਬਜ਼ੁਰਗ ਵੀ ਮੈਂ ਬੋਲਾਂ, ਗਲਾ ਸਾਥ ਨਹੀਂ ਜਾਂਦਾ, ਸਾਥ ਨਹੀਂ ਦਿੰਦਾ, ਬੋਲੇ ਨਹੀਂ ਜਾਂਦਾ, ਸ਼ਬਦ ਨਹੀਂ ਉਚਰੇ, ਇੱਕ ਸ਼ਬਦ ਵੀ ਨਹੀਂ ਨਿਕਲ ਸਕਦਾ। ਜਿਹੜੀ ਜੀਵ ਤੋਂ ਰੱਬ ਰੱਬ ਰਾਮ ਰਾਮ ਕਰਨਾ ਸਮਾਂ ਰਹਿੰਦੇ ਕਰਿਆ ਨਹੀਂ, ਬਜ਼ੁਰਗ ਹੋ ਕੇ ਨਹੀਂ ਹੁੰਦਾ। ਅਬ ਕਿਆ ਕਰੇ ਪ੍ਰਾਨੀ, ਹੁਣ ਦੱਸ ਕੀ ਕਰੇਗਾ। ਮਹਾਰਾਜ ਕਹਿੰਦੇ ਨੇ ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤੈ ਲਹਿ ਉਵਾਰੀ। ਐ ਰੱਬ ਜੀ ਆਪਣੇ ਸੰਤਾਂ ਦੇ ਵੈਦ ਬਣੋ, ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਅਬ ਖੁਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਆ ਦੁਨੀਆ ਦਾ ਦੁੱਖ ਕੀ ਗੱਲ ਕਰਨੇ ਆਪਾਂ, ਉਹ ਜਮਾਂ ਦੀ ਫਾਹੀ ਕੱਟਣ ਦੀ ਸ਼ਕਤੀ ਰੱਖਦਾ ਹੈ ਮਾਲਕ। ਗੁਰੂ ਦੀ ਬਾਣੀ ਵਿੱਚ ਵੀ ਐਸੀ ਤਾਕਤ ਆ, ਜਮਾਂ ਦੀ ਫਾਹੀ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਖਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਪ੍ਰੇਮੀਓ, ਉਹਨਾਂ ਦਾ ਲੇਖੀ ਨਿਬੜ ਜਾਂਦਾ ਹੈ। ਅੱਗੇ ਹੋਰ ਸੁਣ ਲਓ, ਜਿਹੜਾ ਸੋਚੀ ਜਾਂਦਾ ਕਿ ਜਵਾਨੀ ਪਹਿਰੇ ਜਪਾਂਗੇ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ। ਜਿਹੜੇ ਹੁਣ ਬਜ਼ੁਰਗ ਹੋ ਗਏ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਆਹ ਗੱਲ ਸਹੀ ਆ। ਹੁਣ ਜਵਾਨੀ ਪਹਿਰੇ ਮੇਰੇ ਬਾਰੇ ਮੈਂ ਥੋੜ੍ਹੀ ਮੰਨਦਾ ਗੱਲਾਂ ਵੀ ਐਵੇਂ ਵੀ ਹੋਊਗਾ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ। ਉਹ ਕਹਿੰਦਾ ਖਸਮ ਮੱਥੇ 'ਚ ਪੀੜ ਰਹਿਣ ਲੱਗ ਜਾਂਦੀ ਆ, ਸਿਰ ਨਹੀਂ ਦੁਖਣੋਂ ਹਟਦਾ, ਬਥੇਰਾ ਗੋਲੀਆਂ ਲਈਦੀਆਂ ਨੇ, ਬਥੇਰਾ ਬੰਨੀ ਦਾ, ਚੁੰਨੀ ਬੰਨੀ ਦੀ ਆ, ਕਦੇ ਕੋਈ ਕੱਪੜਾ ਰੁਮਾਲ ਬੰਨਦਾ ਬੰਦਾ ਕੱਸ ਕੇ, ਹਟਦਾ ਹੀ ਨਹੀਂ। ਮਾਥੇ ਪੀਰ ਸਰੀਰ ਜਲਨ ਹੈ, ਸਰੀਰ ਮੱਚਣ ਲੱਗ ਜਾਂਦਾ ਹੈ। ਕਹਿੰਦੇ ਆ ਬਜ਼ੁਰਗ ਵੀ ਮੱਚੀ ਜੇ ਜਾਂਦਾ ਸਰੀਰ, ਪਤਾ ਹੀ ਨਹੀਂ। ਗੁਰਮੁਖੋ ਉਹ ਕਹਿੰਦੇ ਐਸਾ ਸਮਾਂ ਆ ਗਿਆ, ਜਰ ਆਈ ਜੋਬਨ ਹਾਰਿਆ। ਇੱਕ ਚੀਜ਼ ਉਹ ਹੈ ਇੱਕ ਵਾਰੀ ਗਈ ਉਹਨੇ ਆਉਣਾ ਨਹੀਂ, ਇੱਕ ਚੀਜ਼ ਉਹ ਹੈ ਇੱਕ ਵਾਰੀ ਆਈ ਉਹਨੇ ਜਾਣਾ ਨਹੀਂ। ਜਵਾਨੀ ਗਈ ਬੰਦੇ ਦੀ ਮੁੜ ਕੇ ਥੋੜੀ ਆਉਂਦੀ ਆ, ਵਡੇਪਾ ਆ ਗਿਆ ਉਹਨੇ ਜਾਣਾ ਨਹੀਂ, ਉਹ ਬੰਦੇ ਨੂੰ ਲੈ ਕੇ ਜਾਊ, ਲੈ ਜਾਣਾ ਉਹਨੇ। ਉਹ ਕਹਿੰਦੇ ਸਮਾਂ ਹੈ ਰੱਬ ਨਾਲ ਜੁੜਨ ਦਾ, ਨਹੀਂ ਫਿਰ ਸੱਤਵੇਂ ਪਤਾਲ ਚ ਸੁਣੂ ਕੋਈ ਨਾ ਕੋਈ ਬੋਲਦਾ, ਪਤਾ ਹੀ ਨਹੀਂ ਲੱਗਣਾ, ਪਤਾ ਹੀ ਨਹੀਂ ਲੱਗਣਾ ਵੀ ਕੀ ਹੋਈ ਜਾਂਦਾ, ਕੀ ਕਹੀ ਜਾਂਦਾ। ਇਸ ਕਰਕੇ ਪ੍ਰੇਮੀਓ ਸਮਾਂ ਰਹਿੰਦੇ ਰੱਬ ਰੱਬ ਕਰੀਏ। ਜਿੰਨਾ ਟਾਈਮ ਸਰੀਰ ਵਿੱਚ ਨਵੀਂ ਜਾਨ ਹੈ, ਨਵਾਂ ਖੂਨ ਕਹਿ ਲਈਏ, ਜਾਨ ਕਹਿ ਲਈਏ, ਸੁੱਧ ਬੋਲ ਸੁਣ ਸਕਦੇ ਹਾਂ, ਜਪ ਸਕਦੇ ਹਾਂ ਆਪਾਂ। ਸਰੀਰ ਜਲਨ ਹੈ, ਸਰੀਰ ਮੱਚਦਾ, ਕਰਕ ਕਰੇਜੇ ਮਾਹੀ। ਅੰਦਰ ਖੋਹ ਪੈਣ ਲੱਗ ਜਾਂਦੀ ਆ, ਨਾ ਕੁਛ ਖਾਣ ਨੂੰ ਜੀ ਕਰਦਾ, ਨਾ ਹੰਡਾਉਣ ਨੂੰ, ਬਸ ਮੰਜੇ ਨਾਲ ਜੁੜ ਜਾਂਦਾ। ਰੱਬ ਨਾ ਕਰੇ ਕੋਈ ਜੁੜੇ, ਪਰ ਆਪਣੀ ਅਵਸਥਾ ਜਿਹੜੀ ਬਣਨੀ ਆ ਨਾ ਮਹਾਰਾਜ ਉਹ ਬਿਆਨ ਕਰਦੇ ਨੇ। ਉਹ ਫਿਰ ਕਹਿੰਦੇ ਐਸੀ ਵੇਦਨ ਉਪਜ ਖਰੀ ਭਈ, ਵਾਹ ਕਾ ਔਖਦ ਨਾਹੀ। ਐਸੀ ਵੇਦਨ ਕਹੀਏ ਬਿਮਾਰੀ ਵਿਪਤਾ ਆ ਜਾਣੀ ਆ, ਬਿਮਾਰੀ ਆ ਜਾਣੀ ਜਿਹਦਾ ਕੋਈ ਇਲਾਜ ਹੀ ਨਹੀਂ। ਹੁਣ ਬੁਢੇਪੇ ਦਾ ਕੀ ਇਲਾਜ ਆ ਜੀ, ਆ ਬੁੜੇ ਹੱਡਾਂ ਦਾ ਕੀ ਇਲਾਜ ਹੈ। ਬੰਦਾ ਲੱਖ ਸੋਨਾ ਭਸਮ ਲੋਹਾ ਭਸਮ ਚਾਂਦੀ ਭਸਮ ਖਾਵੇ, ਆ ਜਿਹੜਾ ਜਵਾਨੀ ਵਾਲਾ ਜੋਸ਼ ਉਹ ਥੋੜੀ ਆਉਂਦਾ। ਲੱਖ ਮੈਂ ਸਰਜਰੀ ਕਰਾ ਲਾਂ, ਉਹ ਹੁਣ ਉਹ ਥੋੜੀ ਗੱਲ ਬਣਦੀ ਆ। ਹੁਣ ਦਰਖਤ ਨਾਲੋਂ ਪੱਤਾ ਟੁੱਟ ਜਾਏ, ਜਿੰਨਾ ਮਰਜੀ ਤੁਸੀਂ ਲਾ ਦਿਓ ਉਹਨੂੰ, ਉਹ ਥੋੜੀ ਗੱਲ ਬਣ ਜੂ। ਚੇਪਦੀ ਆਪਾਂ ਉਹਦੇ ਰੰਗ ਵੀ ਕਰ ਦਈਏ ਹਰਾ, ਉਹ ਥੋੜੀ ਗੱਲ ਬਣੂਗੀ। ਜਿਹੜਾ ਰੁਤਬਾ ਜਾਨ ਮਾਲਕ ਨੇ ਸਾਨੂੰ ਬਖਸ਼ੀ ਆ ਅਸਲ ਜਵਾਨੀ ਚ, ਉਹ ਬੁਢੇਪੇ ਚ ਥੋੜੀ, ਜਿੰਨਾ ਮਰਜੀ ਮੈਂ ਰੰਗ ਰੋਗਨ ਕਰਾਂ। ਹੁਣ ਜਿਹੜੇ ਆ ਕਾਲੇ ਨੇ ਰਿਜਨਲ ਨੇ, ਚਿੱਟੇ ਹੁੰਦੇ ਜਾਂਦੇ ਨੇ, ਫਿਰ ਉਦੋਂ ਬਾਅਦ ਜਿੰਨਾ ਮਰਜੀ ਬੰਦਾ ਇਹਨਾਂ ਨੂੰ ਕਾਲੇ ਕਰ ਲਏ, ਉਹ ਥੋੜੀ ਗੱਲ ਬਣੂਗੀ, ਪਤਾ ਲੱਗ ਜੂ ਵੀ ਕਰੇ ਹੋਏ ਨੇ। ਇਸ ਕਰਕੇ ਭਾਈ ਐਸੀ ਵੇਦਨ ਉਪਜ ਖਰੀ ਪਈ, ਵਾਹ ਕਾ ਔਖਦ ਨਾਹੀ। ਐਸੀ ਬਿਮਾਰੀ ਆ ਜਾਣੀ ਹੈ ਜਿਹਦਾ ਕੋਈ ਇਲਾਜ ਹੀ ਨਹੀਂ, ਜਿਹਦਾ ਕੋਈ ਇਲਾਜ ਹੀ ਨਹੀਂ। ਫਿਰ ਕਹਿੰਦੇ ਇਲਾਜ ਕਰੀਏ ਕੀ,
महाराज कहते हैं जी, हर का नाम अमृत जल निर्मल एह औखद जग सारा। हरि दा नाम अमृत जल जेड़ा है ये जीवन दाता। रब रब कर ले, ये औखद जग सारा, सारे रोगां दी दवाई परमेश्वर दा नाम है, जेड़ा सानू जपदे होए डर लगदा। ला हुण कह लो भी सतनाम वाहिगुरू जपदे आ, चलो टाइम हुंदा है, कई बार समाप्ति हुंदी है, कोई कोई बोलदा हुंदा है। आ जिहड़ियां आम जिहियां गल्लां ने वाधू होई जाणगीਆਂ, चुगलियां करू बंदा भज भज के उच्ची बथेरा कि भी हौली बोल पो भाई बीबीओ भैणों हौली। कोई नहीं हौली बोलदा जी, ते जे सतनाम वाहिगुरू बस उत्थे कोल बैठे नूं भी नहीं सुणदा भी सतनाम वाहिगुरू जप रिहा कोई। रब दा नाम जपण लग्गिआं डर लगदा। इस करके गुरमुखो सारे रोगां दी जिहड़ी दवाई है, सारे रोगां दी दवाई जिहड़ी आ रब दा नाम, ओनूं जप लईए। गुर प्रसाद कहे जन भीखन पावो मोख द्वारा। गुरु दी किरपा दे नाल असीं मुक्ति दा दरवारा प्राप्त करना। मर के नहीं, जिउंदे जिउंदे जी, जिउंदे जी मुक्त होना है। ਇਹ नहीं है कि मरण तो बाद असी मुक्ति की अरदास करावांगे, नहीं। मरण तो बाद तो झगड़े शुरू होणगे, मरण तो बाद जूनियां शुरू होणगियां। बापू कहंदा जी, लख 84 जोन सवाई मानस को प्रभ दी वडियाई। इस पौड़ी ते जो नर चूकै सो आए जाए दुख पाएंदा। 84 लख जूनियां चो सारियां जूनियां दियां पौड़ियां चढ़दे चढ़दे असीं अज आखिरी पौड़ी, आखिरी डंडे ते हाँ, मनुखा जूनी। अगला जिहड़ा पड़ाव है परमात्मा दा, उत्थे पहुंचना। हुण जिहड़ा इस पौड़ी ते जो नर चूकै सो आए जाए दुख पाएंदा, जिहड़ा इत्थों खुंज गया, डिग गया ना इत्थों, वो दोबारा फिर उहदा आउणा जाना संसार च शुरू हो जू। चढ़दे चढ़दे पौड़ियां, आखिरी पौड़ी आखिरी डंडा है, जे इत्थों खुंज गए दोबारा फिर शुरू हो जाना 84 लख दा गेड़। मुक्ति दा द्वारा कित्थों किवें होएगा। प्रभ की आग्या आत्म हित आवे, जीवन मुक्त सो कहावै। जिहड़ा काम असीं बाद विच करवाउणा चाहुंदे आ ना, रिश्तेदारां तो घरदिआं तो, सतगुर कहंदे बंदिआ ਉਹ खुद आप करवा जाउंदे जी, गुरु की किरपा दे नाल, आ गुरु की बाणी दे नाल। बाद विच नहीं होएगा, बाद विच तां झगड़े शुरू हो जाणगे दुबारे। इस करके समा रहिंदे जुड़ना कर, लख कोई टेवे लावे फिर, क्योंकि जैसी कलम बुड़ी है मस्तक तैसी जीड़े पास। ਜਿਹੜੀ कलम साडे मत्थे ते ਚੱਲੀ आ ना, साडे कोल ਉਹ ਨਾਲ ਹੀ ਰਹਿਣੀ ਆ। ਸਾਡੇ ਮੱਥੇ ਦੇ ਲੇਖਾਂ ਨੂੰ ਕੋਈ ਬਦਲ ਨਹੀਂ ਸਕਦਾ, ਕਿ ਗੁਰੂ ਕਿਰਪਾ ਕਰਦਾ। ਜੋ ਵੀ ਸਾਡੇ ਲਿਖਿਆ ਨਾ ਤਕਦੀਰ 'ਚ, ਕਿਸਮਤ ਦੇ ਵਿੱਚ, ਉਹ ਹਰ ਹੀਲੇ ਭੁਗਤਣਾ। ਹੁਣ ਗੁਰੂ ਆ ਸੈਨਿਕ ਜੀਵਨ ਦੇ ਵਿੱਚ ਉਹ ਵਰਤਾਉਂਦਾ ਖੇਡ, ਜਾਂ ਕਈ ਵਾਰ ਸੁਪਨੇ ਦੇ ਵਿੱਚ ਵਰਤ ਜਾਂਦੀ ਆ, ਕੋਈ ਪਤਾ ਨਹੀਂ ਲੱਗਦਾ। ਹੋਊ ਜ਼ਰੂਰ ਸਾਹਮਣੇ ਹੋ ਜੇ। ਕਈ ਸਿੱਖਾਂ ਦਾ ਜੀਵਨ ਮਹਾਰਾਜ ਨੇ ਦੁੱਖਾਂ ਦਾ ਸੁਪਨੇ 'ਚ ਕਟਵਾਇਆ, ਕਟਾਉਣਾ ਕੀਤਾ। ਬੇਅੰਤ ਸਿੱਖਾਂ ਦਾ ਜੀਵਨ ਹੈ, ਸਿੱਖ ਇਤਿਹਾਸ ਪੜ੍ਹ ਲਿਓ। ਬੜਿਆਂ ਦਾ ਜੀਵਨ ਦੁੱਖਾਂ 'ਚ ਕਟਾ, ਸੁੱਖਾਂ 'ਚ ਭਾਵ ਜਿਹੜਾ ਸੁਪਨੇ ਦੇ ਵਿੱਚ ਕਟਵਾ ਦਿੱਤਾ ਮਹਾਰਾਜ ਨੇ। ਆਉਣ ਵਾਲਾ ਦੁੱਖਾਂ ਦਾ ਜੀਵਨ ਗੁਰੂ ਐਸੀ ਕਿਰਪਾ ਕਰਦਾ, ਸਮਰੱਥ ਗੁਰੂ ਸਿਰ ਹੱਥ ਧਰਿਓ। ਮਹਾਰਾਜ ਚੇ ਪਾਤਸ਼ਾਹ ਜੀ ਸਾਰਾ ਕੱਟ ਦਿੰਦੇ ਨੇ ਦੁੱਖਾਂ ਦਾ ਜੀਵਨ। ਆਊ ਜ਼ਰੂਰ, ਇਹ ਨਹੀਂ ਵੀ ਟਲ ਜੂ। ਕਈ ਵਾਰ ਸਾਡੇ ਨਾਲ ਵਾਪਰਦੀਆਂ ਨੇ ਗੱਲਾਂ ਸੁਪਨੇ 'ਚ, ਕਈ ਵਾਰ ਸਾਡੇ ਨਾਲ ਮਾੜਾ ਹੋ ਜਾਂਦਾ ਜਾਂ ਕੋਈ ਮਰ ਜਾਂਦਾ। ਕਈ ਵਾਰ ਅਸਲ ਦੇ ਵਿੱਚ ਕਈ ਵਾਰ ਉਹ ਹੋਣਾ ਹੁੰਦਾ ਹੈ ਸਾਡੇ ਅਸਲ ਜੀਵਨ 'ਚ, ਉਹ ਸੁਪਨੇ 'ਚ ਲੰਘਾਤਾ। ਕਈ ਵਾਰ ਕੁਛ ਦਿੱਤਾ ਲਿਆ ਅੱਗੇ ਆ ਜਾਂਦਾ ਹੈ। ਕਈ ਵਾਰ ਆਪਾਂ ਨੂੰ ਹੁੰਦਾ ਨਾ ਵੀ ਕੋਈ ਮਰਿਆ ਦਿਖ ਜੇ, ਆਪਾਂ ਕਹਿੰਦੇ ਵੀ ਇਹਦੀ ਉਮਰ ਵਧ ਗਈ। ਹੁਣ ਤਾਂ ਚਲੋ ਭੁੱਲਦੇ ਜਾਂਦੇ ਨੇ ਗੱਲਾਂ ਨੂੰ, ਸਿਆਣਿਆਂ ਦੀਆਂ ਕਹਾਵਤਾਂ ਕੋਈ ਮਾੜੀ ਕੋਈ ਗਲਤ ਨਹੀਂ ਸੀ ਹੁੰਦੀਆਂ। ਉਹ ਕਈ ਵਾਰ ਹੁੰਦਾ ਇੱਦਾਂ, ਤੇ ਆਪਾਂ ਸੋਚਦੇ ਹਾਂ ਵੀ ਚਲੋ ਵੀ
ਮਸਾਣਾ ਦਿਖਣੀਆਂ, ਮੌਤ ਦਿਖਣੀ ਚੰਗੀ ਹੁੰਦੀ ਹੈ। ਜਿਹੜਾ ਵਿਆਹ ਦਿਖਦਾ ਉਹ ਆਪਾਂ ਮਾੜਾ ਸਮਝਦੇ ਹਾਂ, ਵੀ ਵਿਆਹ ਦਿਖਿਆ, ਖੁਸ਼ੀਆਂ ਦਾ ਸਮਾਂ ਦਿਖਿਆ ਸੁਪਨੇ 'ਚ, ਉਹ ਮਾੜਾ ਲੱਗਦਾ ਸਾਨੂੰ। ਚਲੋ ਉੱਧਰ ਨਾ ਜਾਈਏ। ਤੇ ਕੋਸ਼ਿਸ਼ ਕਰਦਾ ਬੰਦਾ ਕਿ ਮੈਂ ਟੇਵਾ ਲਾਵਾਂ, ਆਪਣੇ ਕਰਮਾਂ ਨੂੰ ਮੈਂ ਖੁਦ ਵੇਖ ਲਾਂ। ਕਈ ਵਾਰ ਆਪਾਂ ਲਵਾਉਂਦੇ ਹਾਂ ਟੇਵੇ, ਸਿਆਣਪਾਂ ਕਰਾਉਂਦੇ ਹਾਂ, ਪੰਜਾਬੀ 'ਚ ਕਹਿ ਲਈਏ ਬੜੇ ਵੀ ਆਹ ਹੋਣਾ ਜੀ, ਉਹ ਹੋਣਾ, ਸਾਡਾ ਆਹ ਟਲ ਜੇ, ਉਹ ਟਲ ਜੇ। ਉਹ ਨਹੀਂ ਟਲਦਾ। ਹਾਂ, ਗੁਰੂ ਕਿਰਪਾ ਕਰਿਓ, ਦੁੱਖਾਂ ਦੇ ਆਉਣ ਵਾਲੇ ਜੀਵਨ ਨੂੰ ਘਟਾ ਦੂਗਾ। ਕਿਵੇਂ ਘਟਾਉਂਦਾ ਉਹ ਤਾਂ ਉਹੀ ਜਾਣਦਾ। ਹੁਣ ਉਹ ਉਹੀ ਜਾਣਦਾ। ਬੰਦੇ ਦੇ ਹੱਥ ਵਿੱਚ ਕੁਛ ਨਹੀਂ। ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜੀੜੇ ਪਾਸ। ਜਿਹੜੀ ਕਲਮ ਸਾਡੇ ਮੱਥੇ ਤੇ ਚੱਲੀ ਹੈ ਉਹ ਸਾਡੇ ਕੋਲ ਆ। ਇੱਕ ਪੰਡਤ ਵਿਦਵਾਨ, ਚਲੋ ਪੜ੍ਹਦਾ ਵਿਦਵਤਾ, ਉਹਦੇ ਕੋਲ ਥੋੜੀ ਜਿਹੀ ਸ਼ਕਤੀ ਰਿੱਧੀਆਂ ਸਿੱਧੀਆਂ ਦੀ ਆ ਗਈ। ਕਰਮ ਦੇਖਣ ਲੱਗ ਗਿਆ। ਕਰਮ ਵੀ ਹਾਂ ਕਿਹਦੇ ਨਾਲ ਅੱਗੇ ਜਾ ਕੇ ਕੀ ਹੋਣਾ, ਕਿਹਦੇ ਨਾਲ ਕੀ ਹੋਣਾ। ਰੱਬ ਤੋਂ ਉੱਪਰ ਦੀ ਕੋਈ ਨਹੀਂ ਹੁੰਦਾ ਜੀ। ਅਸੀਂ ਕਿਸੇ ਹੱਦ ਤੱਕ ਜਾਣ ਸਕਦੇ ਹਾਂ ਉਹ ਚੀਜ਼ ਨੂੰ, ਸਾਡੇ ਹੱਥ ਵਿੱਚ ਕੁਛ ਨਹੀਂ ਆ। ਕਿਸੇ ਹੱਦ ਤੱਕ ਜਾਣਾਂਗੇ। ਉਹਨੇ ਥੋੜੀ ਬਹੁਤੀ ਸ਼ਕਤੀ ਪ੍ਰਾਪਤ ਕਰ ਲਈ। ਸੋਚ ਲਿਆ ਇੱਕ ਬੰਦਾ ਆਇਆ ਵੀ ਇਹ ਬੰਦਾ ਮਰਨਾ। ਉਹਦੇ ਕਰਮਾਂ ਦਾ ਉਹਨੂੰ ਪਤਾ ਲੱਗ ਗਿਆ ਕਿ ਫਲਾਣੀ ਤਰੀਕ ਨੂੰ ਇਹਨੇ ਮਰ ਜਾਣਾ, ਇਹਦੀ ਮੌਤ ਹੋ ਜੂ, ਮੌਤ ਹੋ ਜਾਣੀ ਹੈ। ਇਹਨੂੰ ਚੁੱਕ ਕੇ ਘਰਦਿਆਂ ਨੇ ਸੰਸਕਾਰ ਕਰ ਦੇਣਾ। ਬਾਅਦ ਵਿੱਚ ਇਹਦੀ ਜਿਹੜੀ ਖੋਪਰੀ ਆ ਉਹ ਰੁਲੂਗੀ ਸਿਵਿਆਂ 'ਚ, ਮੜੀਆਂ ਦੇ ਵਿੱਚ ਠੋਕਰਾਂ ਵੱਜਣਗੀਆਂ, ਕਾਂ ਕੁੱਤੇ ਆ ਕੇ ਉਹਨੂੰ ਚੱਟਣਗੇ, ਠੁੰਗਾ ਮਾਰਨਗੇ, ਇੱਧਰ ਉੱਧਰ ਉਲਦੀ ਫਿਰੂ। ਪਤਾ ਲੱਗ ਗਿਆ ਉਹਨੂੰ। ਉਦੋਂ ਬਾਅਦ ਦੀ ਘਾਟੀ ਦਾ ਨਹੀਂ ਪਤਾ ਲੱਗਿਆ। ਕੋਸ਼ਿਸ਼ ਕਰੀ ਬੜੀ ਵੀ ਮੈਂ ਦੇਖਾਂ ਆਪਣੀ ਗਿਆਨ ਦ੍ਰਿਸ਼ਟੀ ਨਾਲ ਵੀ ਅੱਗੇ ਕੀ ਹੋਊਗਾ, ਪਤਾ ਹੀ ਨਾ ਲੱਗੇ। ਉਹ ਕਹਿੰਦਾ ਫਿਰ ਆਪ ਆਜ਼ਮਾਇਸ਼ ਕਰਕੇ ਵੇਖਾਂਗੇ ਵੀ ਜਿਹੜਾ ਮੈਨੂੰ ਅੱਗੇ ਨਹੀਂ ਨਾ ਪਤਾ ਲੱਗਿਆ ਵੀ ਹੋਊਗਾ ਕੀ। ਭਾਵ ਰੱਬ ਦੇ ਹੁਕਮ ਨੂੰ ਅਸੀਂ ਨਹੀਂ ਜਾਣ ਸਕਦੇ ਜੀ, ਉਹ ਸਮਰੱਥ ਹੈ। ਗੱਲ ਛੱਡੋ, ਆਪਣੇ ਸਰੀਰ ਵੱਲ ਝਾਤੀ ਮਾਰ ਲਓ। ਕਾਹਦਾ ਉਹਨੇ ਕਿਵੇਂ ਬਣਾਤਾ, ਕਿਹੜੇ ਕਿਹੜੇ ਅੰਦਰ ਝਾਰਨੇ ਲਾਤੇ ਆ। ਕੀ ਹੁਣ ਮੈਂ ਬੋਲੀ ਜਾਣਾ, ਤੁਸੀਂ ਸੁਣੀ ਜਾਣੋ, ਕੀ ਪੜ੍ਹਦੇ ਨੇ, ਕੀ ਮਹਿਕ ਹੈ, ਆ ਕੀ ਗਿਆਨ ਦੀ ਦ੍ਰਿਸ਼ਟੀ ਹੈ ਦੇਖਣ ਦੀ, ਕੀ ਸੋਚਣ ਦੀ, ਕੀ ਹੱਥ ਹਿਲਾਉਣਾ ਜਾਂ ਨਾ ਹਿਲਾਉਣਾ, ਕੀ ਕੀ ਸਿਸਟਮ ਅੰਦਰ ਖੁਦਾ ਜਾਣਦਾ ਹੈ। ਸਰਾਕ ਨੇ ਰੋਮ ਰੋਮ ਹੈ। ਗਰਮੀ ਨਿਕਲਦੀ ਹੈ, ਗਲੀਆਂ ਨੇ ਚ ਕੰਮ ਤੋਂ ਬਾਅਦ ਉਹ ਕਿਵੇਂ ਨਿਕਲਦੀ ਹੈ, ਕਿਵੇਂ ਫਿਰ ਸਰਾਖ ਬੰਦ ਹੋ ਜਾਂਦੇ ਨੇ। ਅੱਖਾਂ ਦੇ ਵਿੱਚ ਵੀ ਫਿਰ ਕਈ ਵਾਰ ਖੂਨ ਉਤਰ ਆਉਂਦਾ ਬੰਦੇ ਦੇ। ਕੀ ਸਿਸਟਮ ਹੈ। ਕਈ ਵਾਰ ਪਾਣੀ ਆਉਂਦਾ ਜਦੋਂ ਰੋਨੇ ਆਪਾਂ। ਕੀ ਹਿਸਾਬ ਹੈ, ਉਹ ਤਾਂ ਰੱਬ ਖੁਦ ਹੀ ਜਾਣੇ ਨਾ। ਉਹਦੇ ਰੰਗਾਂ ਨੂੰ ਅਸੀਂ ਨਹੀਂ ਮਾਪ ਸਕਦੇ ਜੀ। ਸੋ ਰਹੋ ਵਿਚਾਰ। ਉਹਨੇ ਸੋਚਿਆ ਵੀ ਇਹ ਅਜਮਾਇਸ਼ ਕਰਾਂਗੇ ਵੀ ਹੁੰਦਾ ਕੀ ਆ ਮਰਨ ਤੋਂ ਬਾਅਦ ਉਹਦੀ ਖੋਪੜੀ ਦੇ ਨਾਲ। ਇੰਨਾ ਕੁ ਤਾਂ ਦੇਖ ਲਿਆ ਵੀ ਰੁਲੂਗੀ ਸਿਵਿਆਂ 'ਚ। ਉਦੋਂ ਬਾਅਦ ਨਹੀਂ ਪਤਾ ਲੱਗਿਆ ਵੀ ਦੇਖਦੇ ਆਪਾਂ। ਚਲੋ ਉਹ ਬੰਦਾ ਮਰ ਗਿਆ ਜੀ, ਉਹਨੂੰ ਸੰਸਕਾਰ ਕਰ ਦਿੱਤਾ ਘਰਦਿਆਂ ਨੇ। ਉਹਦੀ ਖੋਪੜੀ ਜਿਹੜੀ ਸੀ ਉਹ ਰੁਲੀ ਗਈ ਸਿਵਿਆਂ ਦੇ ਵਿੱਚ। ਇੱਧਰ ਉੱਧਰ ਯਾਦ ਆਇਆ ਵੀ ਵੇਖੀਏ ਜਾ ਕੇ, ਉਹ ਉੱਥੇ ਹੀ ਪਈ। ਕਾਂ ਕੁੱਤੇ ਗੁਰਮਖੋ ਤੇ ਪੁੰਗਾ ਮਾਰਦੇ ਆ ਕੇ ਉਹਨੂੰ ਡੇਗਦੇ ਆ, ਕਦੇ ਕੁਛ ਕਰਦੇ ਆ, ਕਦੇ ਕੁਛ। ਉਹਨੇ ਚੁੱਕ ਲਈ ਉਹ ਖੋਪੜੀ ਚੁੱਕ ਲਿਆ। ਉਹਨੂੰ ਦੇਖਣ ਵਾਸਤੇ ਵੀ ਅੱਗੇ ਕੀ ਹੋਊਗਾ, ਇੰਨੀ ਕੁ ਗੱਲ ਜਾਣਨੀ ਸੀ ਉਹਨੇ। ਉਹਨੂੰ ਚੁੱਕ ਲਿਆਇਆ, ਘਰੇ ਲਿਆ ਕੇ ਨਾ ਉਹਨੇ ਸੰਦੂਖ 'ਚ ਰੱਖਤੀ ਆਪਣੇ ਘਰੇ, ਵੀ ਮੈਂ ਵੇਖਣਾ ਚਾਹੁੰਦਾ ਵੀ ਇਹਦੇ ਨਾਲ ਹੁੰਦਾ ਕੀ ਆ ਬਾਅਦ ਵਿੱਚ, ਜਿਹੜਾ ਮੈਨੂੰ ਪਤਾ ਨਹੀਂ ਲੱਗ ਰਿਹਾ। ਰੱਬ ਦੇ ਹੁਕਮ ਨੂੰ ਕੋਈ ਨਹੀਂ ਜਾਣ ਸਕਦਾ ਵੀ ਕੀ ਹੁਣ ਸਾਨੂੰ ਪਤਾ ਕਿਹਨੇ ਕਿਵੇਂ ਮਰਨਾ ਹੈ, ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ। ਨਾਲੇ ਮਰਨੇ ਤੇ ਸਭ ਜਗਤ ਡਰੇ, ਜੀਵਿਆਂ ਲੋੜੇ ਸਭ ਕੋਏ। ਹਰ ਇੱਕ ਬੰਦਾ ਮਰਨ ਤੋਂ ਡਰਦਾ ਹੈ। ਹਰ ਕੋਈ ਚਾਹੁੰਦਾ ਕਿ ਮੇਰੀ ਮੌਤ ਨਾ ਆਵੇ, ਪਰ ਉਹ ਮੌਤ ਆਊ। ਹੁਣ ਬੈਠੇ ਬੈਠੂ ਨੂੰ ਆਉਂਦੀ ਆ, ਪਤਾ ਨਹੀਂ, ਰੱਬ ਜਾਣਦਾ ਕੀ ਹੋਣਾ ਹੈ, ਪਤਾ ਨਹੀਂ ਜੀ। ਸਾਡੀ ਆਪਸ ਦੇ ਵਿੱਚ ਕਿਹੜੀ ਮੁਲਾਕਾਤ ਆਖਰੀ ਹੋਵੇ। ਵਾਧੂ ਦੀ ਮੈਂ ਮੇਰੀ ਹੈ, ਐਵੇਂ ਡੰਗ ਚੱਕੀ ਹੈ ਬੰਦੇ ਨੇ। ਕਿਆ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ। ਰੱਬ ਨਹੀਂ ਜਿੱਤੇ। ਨਾਲੇ ਪਤਾ ਵੀ ਆ ਸਾਰਾ ਸੰਸਾਰ ਜਿੰਨੀ ਵੀ ਦੁਨੀਆ ਰੱਬ ਦੀ ਰੂਪ ਹੈ। ਰੱਬ ਨਹੀਂ ਸਭ ਬਣਾਏ ਆਪਾਂ, ਐਵੇਂ ਇੱਕ ਦੂਜੇ ਦੇ ਬਖੇੜੇ ਨੇ।
ਇੱਕ ਦੂਜੇ ਨਾਲ ਘਿਰਨਾ, ਨਫ਼ਰਤ, ਨਿੰਦਿਆ, ਚੁਗਲੀ ਚੱਲਦੀ ਹੈ। ਕਲਯੁਗੀ ਸੋਚ ਹੈ, ਨਹੀਂ ਪਤਾ ਲੱਗਦਾ। ਪਰ ਗੁਰਮੁਖੋ ਇੱਕ ਦਿਨ ਹੋਰ ਸੁਣ ਲਓ ਗਿਆਨ ਦੀ ਗੱਲ। ਇੱਕ ਦਿਨ ਉਹ ਆ ਜਾਣਾ, ਵਿਚਾਰ ਹੋ ਰਿਹਾ ਵੀ ਅਖੀਰੀ ਦਿਨ ਸਾਡੇ ਜੀਵਨ ਦੇ, ਸਾਡੇ ਆ ਸਰੀਰ ਦੇ 114 ਚੱਕਰ ਜਿਹੜੇ ਨੇ ਭਿੜ ਜਾਣਗੇ, ਖੁੱਲ ਜਾਣਗੇ। ਧਿਆਨ ਨਾਲ ਸਮਝਿਓ ਬੇਨਤੀ। ਆਖਰੀ ਦਿਨ ਜਿੱਦਣ ਮੌਤ ਆਉਣੀ ਆ। ਪਰ ਗੁਰਮੁਖੋ ਜੇ ਕੋਸ਼ਿਸ਼ ਕਰੀਏ ਨਾ, ਇਹ ਜਿਹੜੇ 114 ਚੱਕਰ ਨੇ, ਜਿਹਨੂੰ ਆਪਾਂ ਬ੍ਰਹਮ ਦ੍ਰਿਸ਼ਟੀ, ਬ੍ਰਹਮ ਗਿਆਨ ਕਹਿੰਦੇ ਆ, ਇਹ ਜਿਉਂਦੇ ਜੀ ਖੁੱਲ ਜੇ ਨਾ, ਚੰਗਾ ਹੈ। ਚੰਗਾ ਹੋਵੇ ਸੀ ਜਿਉਂਦੇ ਜੀ ਖੋਲ ਲਈਏ ਇਹਨਾਂ ਨੂੰ। ਮੌਤ ਜਿਸ ਦਿਨ ਆਉਣੀ ਆ, ਉਸ ਦਿਨ ਆਪਾਂ ਕਹਿੰਦੇ ਵੀ ਉਹਨੂੰ ਜੰਮ ਦਿਖਣ ਲੱਗ ਗਏ, ਉਹਨੂੰ ਮੌਤ ਦਿਖਣ ਲੱਗ ਗਈ, ਆਪਣਾ ਅੰਤ ਦਿਖਣ ਲੱਗ ਗਿਆ। ਉੱਥੇ ਸਮਝੋ ਉਹਦੇ 114 ਚੱਕਰ ਖੁੱਲ ਗਏ, ਗਿਆਨ ਹੋ ਗਿਆ। ਬ੍ਰਹਮ ਗਿਆਨ ਹੁੰਦਾ ਹਰ ਇੱਕ ਨੂੰ ਹੈ। ਅਸੀਂ ਸਾਰੀ ਬ੍ਰਹਮ ਦਾ ਰੂਪ ਹਾਂ। ਇਹ ਨਹੀਂ ਵੀ ਕਿ ਸਾਨੂੰ ਕੋਈ ਹੋਰ ਬਣਾ ਗਿਆ। ਰੱਬ ਦੀ ਜੋਤ ਆ ਸਾਰੇ, ਬ੍ਰਹਮ ਰੂਪ ਆਪਾਂ ਸਾਰੇ। ਆਤਮਾ ਸਾਡੇ ਵਿੱਚ ਹੈ, ਪਰਮਾਤਮਾ ਦਾ ਅੰਸ਼। ਜਦੋਂ ਪਰਮਾਤਮਾ ਦਾ ਅੰਸ਼ ਸਾਡੇ ਵਿੱਚ ਹੈ, ਆਤਮਾ ਰੂਹ, ਅਸੀਂ ਵੀ ਰੱਬ ਆ ਨਾ, ਰੱਬ ਰੂਪ ਆ। ਪਰ ਗੁਰਮੁਖੋ ਕਲਯੁਗੀ ਸੋਚ ਸਾਨੂੰ ਉਹ ਅੰਦਰ ਦੀ ਦ੍ਰਿਸ਼ਟੀ ਜਿਹੜੀ ਹੈ ਦਿਖਣ ਨਹੀਂ ਦਿੰਦੀ। ਅਖੀਰ ਵੇਲੇ ਉਹ 114 ਚੱਕਰ ਖੁੱਲਣਗੇ, ਉਦੋਂ ਮੌਤ ਦਿਖੂ। ਮੌਤ ਜੰਮ ਜਾਂ ਦੇਵਤੇ ਲੈਣ ਆਉਂਦੇ ਆ, ਰੱਬ ਦੇ ਗਣ ਲੈਣ ਆਉਂਦੇ ਆ। ਇਹ ਤਾਂ ਹੁਣ ਮਰਨ ਵਾਲਾ ਬੰਦਾ ਹੀ ਦੱਸ ਸਕਦਾ, ਉਹਦੇ ਨਾਲ ਸਾਡੀ ਗੱਲ ਨਹੀਂ ਹੁੰਦੀ। ਉਹਦੇ ਨਾਲ ਪਤਾ ਨਹੀਂ ਕੀ ਹੋਇਆ। ਉਹਨੂੰ ਦਿਖਣਗੇ ਉਹਨੂੰ ਜਿਹਦੀ ਬ੍ਰਹਮ ਦ੍ਰਿਸ਼ਟੀ ਖੁੱਲ ਜਾਂਦੀ ਆ। ਖੁੱਲੂਗੀ ਹਰ ਇੱਕ ਦੀ ਅੰਤ ਵੇਲੇ, ਅਖੀਰੀ ਦਿਨ ਖੁੱਲਣੀ ਆ। ਉਸ ਦਿਨ ਤਾਂ ਸਭ ਦੀ ਬ੍ਰਹਮ ਦ੍ਰਿਸ਼ਟੀ ਉਦੋਂ ਖੁੱਲੂ ਜਿੱਦੇ ਮਰਾਂਗੇ, ਉਦੋਂ ਮੌਤ ਦਿਖੂ। ਫਿਰ ਜਦ ਆਊਗੀ ਨਾ, ਕਿਵੇਂ ਆਉਂਦੇ ਆ, ਕਿੱਦਾਂ ਦਾ ਦ੍ਰਿਸ਼ ਹੋਏਗਾ ਪਤਾ ਨਹੀਂ। ਜਿਹੜੇ ਗਏ ਉਹਨਾਂ ਨੂੰ ਇਹ ਪਤਾ ਕੀ ਹੋਇਆ ਕੀ ਨਾ ਹੋਇਆ। ਮਲਕਲ ਮੌਤ ਜਾ ਆਪਸੀ ਸਭ ਦਰਵਾਜੇ ਭੰਨ, ਜਿੱਥੇ ਮਰਜੀ ਮੈਂ ਜਾ ਕੇ ਲੁਕ ਜਾ। ਸੱਤਾਂ ਕੋਠੀਆਂ ਸਭ ਦਰਵਾਜੇ ਭੰਨ, ਭੈਣ ਭਰਾਵਾਂ ਦੇ, ਮਾਤਾ ਪਿਤਾ, ਦੋਸਤ ਮਿੱਤਰਾਂ ਦੇ ਦਰਵਾਜੇ, ਹਸਪਤਾਲਾਂ ਦੇ, ਕੁਰਸੀਆਂ ਦੇ, ਅਹੁਦਿਆਂ ਦੇ ਦਰਵਾਜੇ। ਜਿਹੜੇ ਕਹਿੰਦੇ ਸੀ ਵੀ ਤੇਰੀ ਆਈ ਤੋਂ ਪਹਿਲਾਂ ਅਸੀਂ ਮਰਾਂਗੇ, ਕੋਈ ਨਹੀਂ ਜਾਂਦਾ ਜੀ। ਆਲੇ ਦੁਆਲੇ ਬੈਠੇ ਹੁੰਦੇ ਨੇ ਘਰ ਦੇ ਸਾਰੇ, ਸਭ ਕੁਛ ਆਲੇ ਦੁਆਲੇ। ਇੰਨੇ ਬੰਦਿਆਂ ਦੇ ਵਿੱਚੋਂ ਆ ਘੜਾ ਫੁੱਟ ਜਾਂਦਾ ਹੈ। ਰੇ ਬੋਰੇ ਤੋਹੇ ਘਰੀ ਨਾ ਰੱਖੇ, ਕੋਈ ਘੜ ਫੁੱਟੇ, ਕੋਈ ਬਾਤ ਨਾ ਪੁੱਛੇ, ਕਾਢੋ ਕੋਈ। ਸਾਹਮਣੇ ਅੱਖਾਂ ਦੇ ਵਹਿੰਦੇ ਨਾ ਬੰਦਾ ਅਸਲੀ ਰੂਪੀ ਘੜਾ ਫੁੱਟ ਜਾਣਾ, ਉੱਡ ਜਾਣਾ, ਹੱਥਾਂ 'ਚ ਹੀ ਰਹਿ ਜਾਂਦਾ, ਬੰਦਾ ਲੁੱਟਕ ਜਾਂਦਾ। ਭਾਵ ਉਹ ਮੌਤ ਆ ਜਾਣੀ ਉਹਨੂੰ ਦਿਖਦੀ ਹੈ ਜਿਹਦੀ ਆ ਰਹੀ ਆ। ਜਿਹੜੇ ਦੂਜੇ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਭਾਵ ਇਹ ਬ੍ਰਹਮ ਦ੍ਰਿਸ਼ਟੀ ਅੰਤ ਵੇਲੇ ਖੁੱਲੂ। ਪਰ ਚੰਗਾ ਹੋਵੇ ਸਰੀਰ ਦੇ, ਧਿਆਨ ਨਾਲ ਸੁਣਿਓ ਬੇਨਤੀ, ਸਰੀਰ ਦੇ ਮੜੀਆਂ 'ਚ ਜਾਣ ਤੋਂ ਪਹਿਲਾਂ ਰੂਹ ਜਿਹੜੀ ਆ ਰੱਬ ਤੱਕ ਪਹੁੰਚ ਜਾਏ। ਸੁਰਤੀ ਜਿਹੜੀ ਆ ਸਾਡੀ ਰੱਬ ਨਾਲ ਜੁੜ ਜਾਏ, ਜਿਉਣਾ ਆ ਜਾਏ। ਪਰ ਦੁੱਖ ਦੀ ਗੱਲ ਸਾਨੂੰ ਉਦੋਂ ਪਤਾ ਲੱਗਦਾ ਜਿੱਦੇ ਆ ਲੱਗਦੀ ਆ। ਅੱਖਾਂ ਦੇ ਸਾਹਮਣੇ ਮੌਤ ਦਿਖੂਗੀ ਉਦੋਂ ਜਿੱਦੇ ਆ ਗਈ। ਪਰ ਇਹ ਬ੍ਰਹਮ ਦੀ ਦ੍ਰਿਸ਼ਟੀ ਅਸੀਂ ਸਮਾਂ ਰਹਿੰਦੇ ਖੋਲੀ ਹੈ। ਗੁਰਬਾਣੀ ਖੋਲ ਦੂ ਜੇ ਅਸੀਂ ਜੁੜਾਂਗੇ, ਪਰ ਜੁੜਨੇ ਹੀ ਨਹੀਂ ਆਪਾਂ ਨੂੰ ਲੱਗਦਾ ਵੀ ਇਹ ਤਾਂ ਬੁੱਢਿਆਂ ਨੂੰ ਹੈ, ਬੁੱਢਿਆਂ ਨੇ ਪੜ੍ਹਨੀ ਸੁਣਨੀ ਹੈ, ਆਪਾਂ ਨੂੰ ਕੀ ਆ। ਜਾਂ ਆ ਵੀ ਬਹਿ ਗਈ ਵੇ ਉਹ ਚਲ ਬੈਠਣਾ ਹੀ ਪਊਗਾ ਵੀ ਆਏ ਤੇ ਬਾਪੂ ਹਰਦਿਆਲ ਸਿੰਘ ਆਪਣੇ ਆਏ ਤੇ ਭੋਗ ਤੇ ਚਲੋ ਜਾਣਾ ਹੀ ਪੈਂਦਾ, ਇੱਕ ਦੂਜੇ ਦੇ ਜਾਂਦੇ ਆ ਨਾ ਕਦੇ ਸੋਚਿਓ। ਜੇ ਇੱਕ ਪਾਸੇ ਗੁਰੂ ਦੇ ਲੰਗਰ ਪ੍ਰਸ਼ਾਦੇ ਦਾ ਲੰਗਰ ਆ ਨਾ, ਛਕ ਕੇ ਆਪਾਂ ਪੇਟ ਭਰਿਆ, ਭੁੱਖ ਲੱਗੀ ਸੀ, ਸਰੀਰ ਨੂੰ ਭੁੱਖ ਲੱਗਦੀ ਹੈ, ਛਕਣਾ ਪੈਂਦਾ ਭੋਜਨ। ਆਤਮਾ ਵੀ ਭੁੱਖੀ ਹੈ ਨਾਮ ਬਾਣੀ ਦੀ। ਜੋ ਉਧਰ ਲੰਗਰ ਹੈ ਗੁਰੂ ਦਾ, ਇੱਧਰ ਗੁਰੂ ਦੇ ਸ਼ਬਦ ਦਾ ਲੰਗਰ ਆ, ਇਹ ਵੀ ਛਕੀਏ। ਇੱਥੋਂ ਵੀ ਤਣਕਾ ਮਾਤਰ ਵਿਚਾਰ ਅੰਦਰ ਵਸਾ ਲਈਏ। ਨਹੀਂ ਫਿਰ ਗੁਰਮੁਖੋ ਕਿਆ ਤੂੰ ਖਟਿਆ ਕਹਾਂ ਗਵਾਇਆ, ਕਰਮ ਕਰ ਆਇਆ। ਕੀ ਖਟਿਆ? ਕੁਛ ਗਵਾ ਕੇ ਗਏ ਆ ਜਾਂ ਕੁਛ ਇਕੱਠਾ ਕਰਕੇ ਲੈ ਗਏ। ਕੋਈ ਤਿਨਕਾ ਮਾਤਰ ਵਿਚਾਰ ਅੰਦਰ ਵਸਾਈਆ ਜਾਂ ਨਾ ਵਸਾਈਆ, ਕੀ ਲੈਣਾ ਹੈ? ਇਹ ਨਹੀਂ ਵੀ ਗੱਲਾਂ ਬਾਤਾਂ ਕੀਤੀਆਂ ਮੁੜ ਗਏ ਮਿਲੇ ਗਏ। ਲਓ ਜੀ ਕੁਛ ਸਿੱਖਿਆ,
ਇਹ ਕੋਈ ਕਿਸੇ ਕਿਸੇ ਦੇ ਕੰਨ 'ਚ ਪੈਂਦੀ ਆ, ਗੁਰੂ ਦੀ ਗੱਲ ਨਹੀਂ ਪੈਂਦੀ ਨਹੀਂ। ਕਿਉਂਕਿ ਇਹ ਵਿਚਾਰ ਜਿਹੜੀ ਆ ਸੱਚਖੰਡ ਦੀ ਆ, ਆਮ ਲੋਕਾਂ ਦੀ ਨਹੀਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸਾਚ ਬਖਾਨਾ। ਆਹੀ ਬਾਣੀ ਦਾ ਪ੍ਰਕਾਸ਼ ਸੱਚਖੰਡ ਦੇ ਵਿੱਚ ਹੈ, ਜਿਹੜੀ ਸਾਡੇ ਸਾਹਮਣੇ ਆ। ਰੱਬ ਦੀਆਂ ਗੱਲਾਂ ਕਿਸੇ ਕਿਸੇ ਨੂੰ ਸਮਝ ਆਉਂਦੀਆਂ ਨੇ ਜੀ। ਭਾਵ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝਣੋਂ ਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜਿਹੜੀਆਂ ਚਿਤ ਚੇਤੇ ਵੀ ਨਾ ਹੁੰਦੀਆਂ, ਉਹ ਰੱਬ ਦੀਆਂ ਗੱਲਾਂ ਹੁੰਦੀਆਂ ਨੇ। ਆ ਰੱਬ ਦੀਆਂ ਗੱਲਾਂ ਨੇ ਸਾਨੂੰ ਜਿਹੜੀਆਂ ਚੇਤੇ ਨਹੀਂ ਆਉਂਦੀਆਂ। ਸਰੋਹ ਵਿਚਾਰ ਸਰੀਰ ਦੇ ਮੜੀਆਂ 'ਚ ਜਾਣ ਤੋਂ ਪਹਿਲਾਂ ਰੂਹ ਉਹਦੇ ਤੱਕ ਪਹੁੰਚ ਜਾਏ। ਬ੍ਰਹਮ ਦ੍ਰਿਸ਼ਟੀ ਅਸੀਂ ਜਿਉਂਦੇ ਜਿਉਂਦੇ ਖੋਲ੍ਹ ਲਈਏ, ਸਾਨੂੰ ਆ ਸਾਰਾ ਬ੍ਰਹਿਮੰਡ ਜਿਹੜਾ ਪਰਮਾਤਮਾ ਦਾ ਰੂਪ ਆ ਸਮਝ ਆ ਜੇ ਵੀ ਹੈ ਕੀ ਆ। ਪਰ ਪਤਾ ਕਿਸੇ ਕਿਸੇ ਨੂੰ ਲੱਗਦਾ ਜਿਹੜਾ ਧੁਰੋਂ ਤੁਰਦਾ, ਅੰਦਰੋਂ ਜੁੜ ਕੇ ਤੁਰਦਾ ਹੈ ਗੁਰੂ ਦੀ ਬਾਣੀ ਵੱਲ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ। ਆ ਮਹਾਂਪੁਰਖ ਦੀ ਬਾਣੀ ਹੈ ਜਿਹਦਾ ਵਾਸੇ ਹੀ ਨਿਜ ਘਰ ਕਹੀਏ ਸੱਚਖੰਡ ਦੇ ਵਿੱਚ ਹੈ। ਆ ਸੱਚਖੰਡੀ ਬਾਣੀ ਆ ਦਰਬਾਰ ਵੀ ਸੱਚਖੰਡੀ ਆ ਸਾਰਾ। ਬਾਕੀ ਜਿੰਨਾ ਵੀ ਸੰਸਾਰ ਝੂਠ ਵਰਤ ਰਿਹਾ, ਇੱਥੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਭਾਵ ਇੱਥੇ ਇੱਕ ਨਾਮ ਦੀ ਗੱਲ ਹੈ, ਰੱਬ ਦੇ ਰਾਹ ਦੀ ਗੱਲ ਹੈ, ਹੋਰ ਦੂਜੀ ਗੱਲ ਨਹੀਂ ਹੈ। ਕਿਸੇ ਕਿਸੇ ਨੂੰ ਸਮਝ ਆਊ, ਕਿਸੇ ਦੇ ਨਹੀਂ ਆਉਂਦੀ, ਉੱਪਰ ਦੀ ਲੰਘੂ। ਸਰੋਹ ਵਿਚਾਰ ਉਹ ਕਹਿੰਦਾ ਵੀ ਵੇਖਦੇ ਆ ਹੁੰਦਾ ਕੀ ਆ ਅੱਗੇ। ਖੋਪੜੀ ਲੈ ਗਿਆ ਘਰੇ ਚੁੱਕ ਕੇ, ਆਪਣੇ ਸੰਦੂਖ 'ਚ ਰੱਖ ਲਈ ਵੇਖਣ ਵਾਸਤੇ। ਅੱਗੇ ਨਹੀਂ ਸੀ ਪਤਾ ਲੱਗਿਆ ਉਹਨੂੰ ਵੀ ਕੀ ਹੋਊਗਾ। ਇਹ ਪਤਾ ਸੀ ਵੀ ਬੰਦਾ ਮਰੂਗਾ, ਦੀ ਖੋਪੜੀ ਰੁਲੂਗੀ, ਏਦਾਂ ਅੱਗੇ ਨਹੀਂ ਸੀ ਪਤਾ। ਕਹਿੰਦਾ ਅਜਮਾਇਸ਼ ਕਰਕੇ ਵੇਖਦਾ ਵੀ ਕੀ ਬਣਦਾ। ਘਰੇ ਲੈ ਗਿਆ ਚੁੱਕ ਕੇ, ਉਹਨੂੰ ਸੰਦੂਖ 'ਚ ਰੱਖ ਲਈ। ਘਰ ਵਾਲੀ ਨੇ ਕਦੇ ਵੇਖ ਲਿਆ ਉਹਨੂੰ ਵੀ ਮੜੀਆਂ 'ਚੋਂ ਮਸਾਣਾ 'ਚੋਂ ਖੋਪਰੀ ਲਿਆਇਆ ਚੁੱਕ ਕੇ। ਘੱਟ ਬਣ ਆਪਾਂ ਨੂੰ ਪਤਾ ਵੀ ਘਰਾਂ 'ਚ ਹਫੜਾ ਦਫੜੀ ਮਾੜਾ ਮੋਟਾ ਉੱਪਰ ਥੱਲੇ ਕੰਮ ਹੁੰਦੀ ਰਹਿੰਦਾ, ਇੱਕ ਦੂਜੇ ਦੇ ਘਰ ਵਾਲਾ ਘਰ ਵਾਲੀ ਲੱਗਦੀ ਨੇ, ਕਈ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਉਹਨੇ ਸੋਚਿਆ ਵੀ ਕਿ ਮੈਨੂੰ ਮਾਰਨ ਵਾਸਤੇ ਜਾਂ ਮੈਨੂੰ ਵੱਸ ਵਿੱਚ ਕਰਨ ਵਾਸਤੇ ਲਿਆਇਆ ਚੁੱਕ ਕੇ। ਉਹਨੇ ਵੇਖ ਲਿਆ, ਉਹ ਵੇਖ ਲਈ ਖੋਪੜੀ ਜੀ ਰੱਬ ਦੇ ਰੰਗ ਕੀ ਨੇ। ਉਹਨੇ ਵੇਖ ਲਿਆ ਵੀ ਧਰ ਲਈ ਇਹਨੇ ਸੰਦੂਖ 'ਚ। ਉਹ ਜਦੋਂ ਘਰੋਂ ਬਾਹਰ ਗਿਆ ਕਿਤੇ, ਉਹ ਵਿਦਵਾਨ ਪੰਡਤ ਪਿੱਛੋਂ ਨਾ ਉਹਨੇ ਚੁੱਕ ਲਿਆ, ਉਹਨੂੰ ਚੁੱਕ ਲਿਆ ਖੋਪੜੀ ਨੂੰ। ਚੁੱਕ ਕੇ ਉਹਨੂੰ ਪਹਿਲਾਂ ਵੇਖੀ ਗਈ, ਡਰੀ ਵੀ ਗਈ। ਕੁਦਕਾ ਚੁੱਕਿਆ, ਕੁੰਡਾ ਲਿਆ, ਕੁੰਡੇ 'ਚ ਪਾ ਕੇ ਉਹਨੇ ਉਹਨੂੰ ਕੁੱਟ ਕੇ ਮਰੀਦਾ ਬਣਾ ਕੇ ਡੇਗਤਾ ਪਾਣੀ 'ਚ। ਡੇਗ ਗਈ ਜਾ ਕੇ ਨਦੀ 'ਚ। ਵਿਦਵਾਨ ਦੇ ਪੰਡਤ ਦੇ ਭਾ ਦੀ ਕਿ ਉਹ ਸੰਦੂਖ 'ਚ ਪਈ ਆ ਖੋਪੜੀ ਜਿਹੜੀ ਸੀਗੀ, ਪਰ ਉਹਨੇ ਕੁੱਟ ਕੇ ਗੁਰਮੁਖੋਂ ਬਣਾ ਕੇ ਮਰੀਦਾ ਡੇਗ ਆਈ ਉਹ ਪਾਣੀ 'ਚ। ਕੁਝ ਦਿਨ ਲੰਘੇ, ਉਹਨੂੰ ਯਾਦ ਆਇਆ ਵੀ ਹੁਣ ਵੇਖੀਏ ਵੀ ਉਹਦਾ ਬਣਿਆ ਕੀ ਅਸਲ ਦੇ ਵਿੱਚ। ਅਗਲੀ ਘਾਟੀ ਨਹੀਂ ਸੀ ਪਤਾ। ਉਹਨੇ ਜਦੋਂ ਸੰਦੂਖ ਖੋਲ੍ਹਿਆ, ਵੇਖਿਆ, ਪੁੱਛਿਆ ਘਰ ਵਾਲੀ ਨੂੰ, ਉਹਦੇ ਵਿੱਚ ਹੈ ਨਾ। ਪੁੱਛਣ ਲੱਗਿਆ ਭਗਵਾਨ ਇਹਦੇ ਵਿੱਚ ਮੈਂ ਇੱਕ ਚੀਜ਼ ਰੱਖੀ ਸੀ, ਤੈਨੇ ਵੇਖੀ ਆ? ਉਹਨੇ ਸੋਚਿਆ ਵੀ ਕਿਤੇ ਗਾਇਬ ਹੋ ਗਈ, ਉੱਡ ਗਈ। ਉਹਨੇ ਸੋਚਿਆ ਕਿਤੇ ਗਾਇਬ ਹੋ ਗਈ। ਘਰ ਵਾਲੀ ਨੂੰ ਉਹਨੇ ਪੁੱਛਿਆ ਕਿ ਮੈਂ ਇਹਦੇ ਵਿੱਚ ਇੱਕ ਚੀਜ਼ ਰੱਖੀ ਸੀ ਲਿਆ ਕੇ, ਤੂੰ ਵੇਖਿਆ ਉਹਨੂੰ? ਉਹ ਪਹਿਲਾਂ ਤਾਂ ਦੱਸੇ ਨਾ, ਫਿਰ ਦੱਸ ਦਿੱਤਾ। ਕਹਿੰਦੀ ਜੀ ਮੈਂ ਡਰੀ ਵੀ ਤੁਸੀਂ ਮੇਰੇ ਮਾਰਨ ਵਾਸਤੇ ਜਾਂ ਮੈਨੂੰ ਵੱਸ ਵਿੱਚ ਕਰਨ ਵਾਸਤੇ ਜਾਂ ਕੁਛ ਵੀ ਸੋਚਿਆ। ਉਹਨੇ ਕਿਹਾ ਵੀ ਤਾਂ ਲਿਆਂਦੀ ਆ, ਤਾਂ ਲੈ ਕੇ ਆਇਆ ਤੁਸੀਂ। ਕਹਿੰਦੇ ਫਿਰ ਕਰਿਆ ਕੀ ਉਹਦਾ ਤੈਨੇ? ਇਹ ਤਾਂ ਦੱਸ ਮੈਨੂੰ, ਕਿੱਥੇ ਡਿੱਗੀ ਆ? ਕਹਿੰਦੀ ਮੈਂ ਉਹਨੂੰ ਕੁੱਟ ਕੇ ਮਰੀਦਾ ਬਣਾ ਕੇ ਪਾਣੀ 'ਚ ਡਿੱਗ ਗਈ। ਕਹਿੰਦਾ ਬਸ ਮੈਂ ਆਹੀ ਵੇਖਣਾ ਸੀਗਾ ਵੀ ਇਹਦੇ ਨਾਲ ਹੁੰਦਾ ਕੀ ਅਸਲ ਦੇ ਵਿੱਚ। ਭਾਵ ਰੱਬ ਦੇ ਰੰਗਾਂ ਨੂੰ ਅਸੀਂ ਨਹੀਂ ਮਾਪ ਸਕਦੇ। ਕਿਹਦੇ ਨਾਲ ਅਗਲੇ ਪਲ ਕੀ ਬਣਨਾ, ਸਾਡੀ ਆਪਸ ਦੇ ਵਿੱਚ ਕਿਹਦੀ ਆਖਰੀ ਮੁਲਾਕਾਤ ਆ, ਕੋਈ ਪਤਾ ਨਹੀਂ। ਮੈਂ ਹੁਣ ਤੁਹਾਡੇ ਨਾਲ ਬੋਲ ਰਿਹਾ, ਗੱਲਾਂ ਕਰ ਰਿਹਾ, ਵੇਖ ਰਹੇ ਹੋ ਤੁਸੀਂ ਮੈਨੂੰ। ਕਿਆ ਪਤਾ ਅਗਲੇ ਪਲਾਂ 'ਚ, ਅਗਲੇ ਛਿਨਾਂ 'ਚ ਮੈਂ ਨਾ ਹੋਵਾਂ, ਮਿੱਟੀ ਦੀ ਢੇਰੀ ਬਣ ਜਾਂ, ਸਾਹ ਉੱਡ ਨਿਕਲ ਜਾਣ। ਕਿਹਦੇ ਨਾਲ ਕੀ ਬਣ ਜਾਂਦਾ ਕੋਈ ਪਤਾ ਨਹੀਂ। ਚੰਗੇ ਭਲੇ ਮਿਲ ਗਿਲ ਕੇ ਬੰਦੇ ਜਾਂਦੇ ਆ ਇੱਕ ਦੂਜੇ ਨੂੰ। ਬਾਅਦ ਵਿੱਚ ਆਪਾਂ ਕਹਿੰਦੇ ਹੁਣ ਤਾਂ ਮੈਨੂੰ ਮਿਲ ਕੇ ਗਿਆ, ਆ ਹੁਣੇ ਮੇਰੇ ਨਾਲ ਗੱਲ ਕਰਕੇ ਗਿਆ। ਰੱਬ ਨਾ ਕਰੇ।
ਆਉਂਦੇ ਜਾਂਦੇ ਨਾਲ ਕੁਛ ਨਾ ਕੁਛ ਹਾਦਸੇ ਆਪਾਂ ਵੇਖਣੇ ਜੀ ਵਾਪਰਦੇ ਹੀ ਰਹਿੰਦੇ ਨੇ। ਕੁਛ ਹੋ ਗਿਆ, ਪਿਛਲੇ ਕੱਲ ਸ਼ਾਇਦ ਪਰਸੋਂ ਦੀ ਖਬਰ ਆ, ਭਰਾ ਮਰ ਗਿਆ, ਛੋਟਾ ਭਰਾ ਸੀ ਜਿਹੜਾ, ਉਹ ਸਦਮੇ ਵਿੱਚ ਮਰ ਗਿਆ। ਆਪਣੇ ਭਰਾ ਦੀ ਮੌਤ ਨਹੀਂ ਸਹਾਰ ਸਕਿਆ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਜੀ। ਆ ਪਿਛਲੇ 2 ਸਾਲ ਹੋ ਗਏ ਸ਼ਾਇਦ, ਲੌਂਗੋਵਾਲ ਬੱਚਿਆਂ ਦੀ ਭਰੀ ਵੈਨ ਮੱਚ ਗਈ ਸੀ, ਬੱਚੇ ਵਿੱਚੇ ਮੱਚ ਗਈ ਸੀ ਸਕੂਲ ਵੈਨ ਦੇ ਵਿੱਚ। ਚੰਗੇ ਭਲੇ ਮਾਂ ਬਾਪ ਨੇ ਤੋਰੇ, ਹੱਸ ਖੇਡ ਕੇ, ਖਾ ਪਿਆ ਕੇ, ਕਿੰਨਾ ਅਸੀਂ ਮੂੰਹ ਦੇ ਨਾਲ ਬੱਚਿਆਂ ਨੂੰ ਤੋਰਨੇ ਆ। ਕੋਈ ਪਤਾ ਨਹੀਂ, ਭਰੋਸਾ ਕੋਈ ਨਹੀਂ ਕਿੱਥੇ ਕੀ ਹੋਣਾ। ਹਰ ਇੱਕ ਦਿਨ ਨੂੰ ਨਾ ਅਸੀਂ ਆਖਰੀ ਦਿਨ ਸਮਝ ਕੇ ਜਿਉਈਏ। ਕੱਲ ਦਾ ਕੋਈ ਪਤਾ ਨਹੀਂ, ਕੱਲ ਵਾਲਾ ਦਿਨ ਮੈਂ ਵੇਖਣਾ ਜਾਂ ਨਾ ਵੇਖਣਾ ਕੋਈ ਭਰੋਸਾ ਨਹੀਂ ਜੀ। ਅੱਜ ਦਾ ਜੀਵਨ ਸਾਡਾ ਸਾਡੇ ਪਰਿਵਾਰ 'ਚ ਵਧੀਆ ਹੋਵੇ, ਅੱਜ ਦਾ ਦਿਨ। ਹੁਣ ਲਾਸਟ ਬੇਨਤੀ ਸੁਣ ਲਓ, ਆਪਣੇ ਬਜ਼ੁਰਗਾਂ ਦੀ ਜਿਉਂਦੇ ਦੀ ਸੰਭਾਲ ਕਰੋ, ਜਿਉਂਦਿਆਂ ਦੀ, ਸਰੀਰਾਂ 'ਚ ਰਹਿੰਦਿਆਂ ਦੀ ਸੇਵਾ ਕਰੋ। ਬਾਅਦ ਵਿੱਚ ਮਰਨ ਤੋਂ ਬਾਅਦ ਵੱਡੇ ਵੱਡੇ ਅਡੰਬਰ ਰਚਾਉਣੇ, ਦਾਨ ਪੁੰਨ ਕਰਨੇ, ਬਰਸੀਆਂ ਕਰਾਉਣੀਆਂ, ਹਾਂ ਕਰਾਓ ਜ਼ਰੂਰ। ਜੇ ਤਾਂ ਅਸੀਂ ਸਮਾਂ ਰਹਿੰਦੇ ਸਰੀਰਾਂ 'ਚ ਰਹਿੰਦੇ ਬਜ਼ੁਰਗਾਂ ਦੀ ਸੇਵਾ ਕੀਤੀ ਆ ਤਾਂ ਉਹ ਸਫਲ ਹੀ ਹੋਊਗੀ ਬਾਅਦ ਵਾਲੀ। ਜੇ ਦਿਖਾਵੇ ਹੀ ਆ ਲੋਕਾਂ ਦਾ ਤਾਂ ਗੁਰਮੁਖੋ ਭੋਗ ਤੇ ਕੀਤੀਆਂ ਗੁਲਾਬ ਜਾਮਣਾ, ਕੀਤੀਆਂ ਜਲੇਬੀਆਂ ਕਿਸੇ ਕੰਮ ਦੀਆਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਲੱਖ ਵਾਰੀ ਗੰਗਾ ਜਾਵੇ ਇਸ਼ਨਾਨ ਕਰੇ, 100 ਮੰਦਰ ਬਣਾ ਕੇ ਸੋਨੇ ਦੇ ਦਾਨ ਕਰੇ, ਗਊਆਂ ਦਾਨ ਕਰੇ, ਅਸਮੇਧ ਜੱਗ ਕਰੇ, ਸਾਰੀ ਨਿਫਲ ਨੇ ਜੇ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ। ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਨੂੰ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ। ਆਪਾਂ ਕਰਦੇ ਹਾਂ ਛੋਟੇ ਬੱਚਿਆਂ ਨੂੰ, ਕਿਵੇਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ, ਲਾਡ ਲਡਾਉਂਦੇ ਹਾਂ, ਉਠਾਉਂਦੇ ਹਾਂ, ਸਕੂਲ ਭੇਜਦੇ ਹਾਂ ਤਿਆਰ ਕਰਕੇ। ਤੇ ਗੁਰਮੁਖੋ ਜੇ ਫਿਰ ਉਹੀ ਬੱਚੇ ਬਾਅਦ ਵਿੱਚ ਮਾਂ ਪਿਓ ਦੇ ਬਾਲੇ ਕੱਢਣ, ਚੰਗੀ ਗੱਲ ਥੋੜ੍ਹੀ ਆ। ਸਮਾਂ ਰਹਿੰਦੇ ਸਭ ਕੁਝ ਹੋਏਗਾ। ਇਹ ਨਾ ਸੋਚਾਂ ਮੈਂ, ਜੇ ਅੱਜ ਮੈਂ ਆਪਣੇ ਮਾਂ ਪਿਓ ਦੀ ਸੇਵਾ ਨਹੀਂ ਨਾ ਕਰਦਾ। ਦੇਖੋ ਮੇਰੇ ਮਨ ਦੀ ਤੁਸੀਂ ਨਹੀਂ ਜਾਣਦੇ, ਤੁਹਾਡੇ ਮਨ ਦੀ ਮੈਂ ਨਹੀਂ ਜਾਣਦਾ, ਕੋਈ ਨਹੀਂ ਜਾਣਦਾ ਆਪਸ ਦੇ ਵਿੱਚ ਵੀ ਆਪਾਂ ਸੇਵਾ ਕੋਈ ਕਰਦਾ ਜਾਂ ਨਾ ਕਰਦਾ, ਕਿਹੜਾ ਕੀ ਹੈ ਕਿਹੜਾ ਕੀ ਹੈ ਕੋਈ ਪਤਾ ਨਹੀਂ। ਜੇ ਅੱਜ ਮੈਂ ਨਹੀਂ ਕਰਦਾ, ਕੱਲ ਨੂੰ ਮੇਰੇ ਬੱਚੇ ਵੀ ਉਦਾਂ ਹੀ ਦੀ ਵਰਤਾਰਾ ਰੱਖਣਗੇ ਮੇਰੇ ਨਾਲ, ਉਦਾਂ ਦਾ ਵਰਤਾਰਾ। ਫਿਰ ਚੀਕਾਂ ਮਾਰਦੇ ਆ। ਸਾਡੇ ਨਾਲ ਹੋ ਗਿਆ ਵੀ ਜਿੰਨੀ ਕੁ ਸੇਵਾ ਤੂੰ ਕੀਤੀ ਸੱਜਣਾ ਤੇਰੇ ਮਾਂ ਪਿਓ ਦੀ, ਉਨੀ ਕੁ ਤੇਰੇ ਵਾਲੀ ਕਰ ਰਹੇ ਨੇ। ਕੋਸ਼ਿਸ਼ ਕਰੀਏ ਮਾਂ ਪਿਓ ਦੀ ਜਿਉਂਦਿਆਂ ਦੀ ਸੇਵਾ ਕਰੀਏ, ਬਾਅਦ ਵਿੱਚ ਕੁਛ ਗੱਲ ਨਹੀਂ ਬਣਦੀ ਜੀ। ਦੇਖੋ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਮਰਨਾ ਉਹਦਾ ਹੁਕਮ ਆ। ਬੰਦਾ ਉਹਦੇ ਭਾਣੇ 'ਚ ਆਉਂਦਾ, ਉਹਦੇ ਭਾਣੇ 'ਚ ਚਲਾ ਜਾਂਦਾ ਹੈ। ਸਮਾਂ ਰਹਿੰਦੇ ਕਰਮ ਚੰਗੇ ਕਰ ਲਈਏ, ਜਾਣਾ ਸਭ ਨੇ ਆ, ਮੌਤ ਸਭ ਨੂੰ ਆਉਣੀ ਆ ਇੱਕ ਦਿਨ, ਸਭ ਨਹੀਂ ਵਿਛੜਨਾ, ਸਭ ਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਸਭ ਨਹੀਂ ਮਰਨਾ, ਸਭ ਨੇ ਇੱਕ ਦਿਨ ਵਿਛੜਨਾ। ਸਿਆਣਿਆਂ ਨੂੰ ਪੁੱਛੋ ਜਾ ਕੇ ਅੱਗੇ ਕਿਸੇ ਨੇ ਮਿਲਣਾ ਜਾਂ ਨਹੀਂ ਮਿਲਣਾ। ਜਿਨ ਮੇਰਾ ਸਾਹਿਬ ਵਿਸਰੈ ਬੱਡੜੀ ਬੇਦਨ ਤਿੰਨਾ। ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ ਉਹਨਾਂ ਨੂੰ ਵੱਡੀ ਬਿਮਾਰੀ ਲੱਗਦੀ ਆ। ਵੱਡੀ ਬਿਮਾਰੀ ਕਹੀਏ 84 ਸ਼ੁਰੂ ਹੋ ਜਾਂਦੀ ਆ ਦੁਬਾਰਾ ਫੇਰ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ। ਕੀੜੇ ਮਕੌੜੇ ਹਾਥੀ ਘੋੜੇ ਸੱਪ ਕੁੱਤੇ ਬਿੱਲੇ ਗਧੇ ਸਭ ਕੁਛ ਬਣ ਕੇ ਆਇਆ ਸੀ। ਮੈਂ ਲੱਖ ਮੁਨਕਰ ਹੋਵਾਂ ਕਿ ਮੈਂ ਕਦੇ ਕੁੱਤਾ ਬਿੱਲਾ ਨਹੀਂ ਬਣਿਆ, ਸਭ ਕੁਛ ਬਣੇ ਆ ਸਾਰੇ ਜਿੰਨੇ ਵੀ ਆਪਾਂ। ਮਹਾਰਾਜ ਕਹਿੰਦੇ ਆ ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ। ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ। ਬੰਦਿਆ ਜਦੋਂ ਸੂਰ ਬਣਿਆ, ਕੁੱਤਾ ਬਣਿਆ, ਗਧਾ ਬਣਿਆ, ਸੱਪ ਬਣਿਆ, ਆ ਜਿੰਨੀਆਂ ਵੀ ਟੇਢੀਆਂ ਮੇਢੀਆਂ ਜੁਨੀਆਂ ਵੇਹਨੇ ਆ ਨਾ ਆਪਾਂ, ਸਾਰਿਆਂ ਚੋਂ ਲੰਘੇ ਆ। ਤਉ ਲਾਜ ਨਾ ਆਈ। ਹੁਣ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਗੱਲਾਂ ਨੂੰ, ਚਿੱਤੇ ਨਹੀਂ ਰੱਖਦਾ ਤੂੰ। ਤੇ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ। ਰੱਬ ਦਾ ਨਾਮ ਅੰਮ੍ਰਿਤ ਜਲ ਜਿਹੜਾ, ਉਹਨੂੰ ਛੱਡ ਕੇ ਤੂੰ ਵਿਕਾਰਾਂ ਦਾ ਮਾੜੇ ਕਰਮਾਂ ਦਾ ਜ਼ਹਿਰ ਖਾਨਾ, ਕੀ ਕਰੇਗਾ। ਸਮਾਂ ਰਹਿੰਦੇ ਜੁੜੀਏ ਭਾਈ। ਸੋ ਆਪਣੇ ਮਾਂ ਪਿਓ ਦੀ ਹੱਥੀਂ ਸੇਵਾ ਕਰੀਏ, ਨਹੀਂ ਫਿਰ ਬਾਅਦ ਵਿੱਚ ਕੀਤੇ ਅਡੰਬਰ ਕਿਸੇ ਕੰਮ ਦੇ ਨਹੀਂ। ਕਹਿੰਦੇ ਮੀਆਂ ਵਾਲ ਕਿੱਡੇ ਕਿੱਡੇ ਨੇ, ਕਹਿੰਦੇ ਮੂਹਰੀ ਹੋਣਗੇ। ਇਹ ਕਰ ਕਰੇ ਸੋ ਇਹ ਕਰ ਪਾਏ। ਇੱਧਰ ਇਹ ਕਰ ਲਈਏ
इधरले भर लीए। सो गुरमुख प्यारो, अपने माता पिता की सेवा करिए, रब की सेवा। जे कहते साडे दुख सुखण का, साडे कर्म लिखण का हक साडे माँ प्यो कोल हुंदा ना, साडे किस्मत साडे जीवन च कोई भी दुख नहीं सी होना। रब ने तो दोए दिते ने, रब ने तो दुख भी देते सुख भी देते, साडे कर्म ने लिखते उन्हें जिवें लिखाए आपां। जे ये हक माँ प्यो कोल हुंदा तां माँ प्यो कदे नहीं चाहुंदा मेरे धी पुत दुखी होण, वो नहीं चाहुंदा। वो कहंदा मेरे धीआं पुत्रां च मेल रवे। असली खजाना माँ प्यो दा, उन्हां दी जिहड़ियां सिੱਖਿਆਵਾਂ ने चंगियां, धी भैन भरावां च प्रेम रहे, मिलीए गलीए एक दूजे नाल। पता नहीं जिंदगी किन्नी क्या जी, गुस्से गल्ले अं रह जाते हैं, अं रह जाते हैं गुस्से गल्ले, बाद विच फिर बंदा पछताउंदा है, फिर पछताउण का कोई फायदा नहीं हुंदा। सारी जिंदगी कई बार अपनी नहीं बनती, एक दूजे का मूँह नहीं वेंदे, की हो जू। पर गुरमुख जिहड़ा अंदर का स्नेह है ना, अंदरों आत्मा दुखी आ, टुट गया बंदा, अंदरों टुटिया पिया, अंत वेले भी वो इदां ही भटकदा जाऊ, दूजा भी ते वो भी जिहड़ा करदा। इस करके गुस्से गिले त्याग के हर एक दे विच रब नूं समझ के जीवन जिउईए। हर एक दे विच परमेश्वर है, साडी मां च, साडे प्यो च, भरा च, भैन च, हर एक दे विच, दोस्त मित्रां दे विच रब वसदे आ। फिर सब नूं चाहीदा कि एक दूजे दे नाल मिल के रहीए। अंतर वसै ना बाहर जाए, अमृत छोड़ काहे विख खाहे। ऐसा ज्ञान जपो मन मेरे, होवो चाकुर साचे केरे। ज्ञान ध्यान सब कोई रवै, बंधन बांधिया सब जग भवै। सेवा करे सो चाकर होए, जल थल महिल रव रहया सोए। सिद्धांत की है बाणी दा, हम नहीं चंगे बुरा नहीं कोए, प्रणवत नानक तारे सोए। आ सिद्धांत जदों अपना लिया ना जी, कायनात की हर एक चीज़ हर एक शै दे नाल प्यार पै जाना, प्रेम पै जाना, हर एक दे नाल प्रेम दे रहण नाल लग जाएंगे। हर एक कायनात की शै दे विचों रब दा बोध होएगा, आनंद आउण लग जाना जीवन का जिउण दा। पिंडां च फिरने आपां, गलियां च, घरां च, दोस्त मित्रां नूं मिलांगे गिलांगे, आनंद आऊगा जीवन जिउण दा। समझ आ जाएगी एक दिन अखीरी दिन आउणा है, एनू एवें काहनूं एवें विकारां च, माड़े कर्मां नफरत दे विच मैं गुजार के जाना। सो मिल के रहीए भाई, होइयां भुलां तो खिमा। आओ गुरु साहब किरपा करन, विछड़ी रूह नूं अपने चरणों च निवास बख्शण, पिछों परिवार नूं भाणा मनण दा बल बख्शण। जो भी वीर भरा मातावां भैणां आप जी भोग दे समय ते बापू जी दे अंतिम अरदास दे विच शामिल होण वास्ते पहुंचे हो, सब दा परिवार वालों धन्नवाद है। नाल ही बेनती है, जिन्हां ने लंगर प्रसादा नहीं छकिया जी, वो लंगर प्रसादा जरूर छक के जाओ। ये दिओ सज्जण सीसड़ियां जो होवै सै सो मेल, कर करो पहुँचा सदड़े नित पवन। आ सीसड़ियां देनियां ने, असीसां भाव उहदी गुरबाणी गाउणी आ, रब रब करना। पिछों पंडित सदिओ, हर हर कथा पढ़ै पुराण जिओ। बाद विच भाव रब दे गुण गीत गाउणे, उहदे निमिरत जाण वाले दिन में रोना नहीं। चलो रोना सब नूं आउंदा, गुरमुख हुण उहदे राह दे गीत ने। कुछ दिन का मात्र विचार साढ़े अंदर भी वस जाए, साडा जीवन शुद्ध हो जाए, मन निर्मल कर्म करन लग जाए, नहीं फिर भटकांगे तो हाँ। सो आओ नाल नाल सब ने बोलना। आ दुनिया के गीत टेढ़ियां मेढ़ियां जिहियां बोलियां बड़ियां पा लेंदे ने, मामा भैणां वीर भी बड़ा कुछ गा लेंदे ने, पर यह गीत वो ने जिन्हां ने साडा बेड़ा तारना, पार लंघाउणा है। बाबा नानक सदियां पहलां बाणी दे गया, किन्नियां कुं चेते आ मूल मंत्र। आनंद साहब की बाणी उही है जिहड़े साडे गुरु साहिबान पढ़ के गए ने, महापुरख पढ़ के बग गए, वो जप के बग गए। बदली तो है नहीं बाणी, वही बचन ने। किन्ने क सानू चेते ने, किन्नी क कंठ हो गई बाणी जी, मुश्किल आ। दुनिया के गीत लै अज कोई कल गीत आ जाए चेते हो जाता, वो गीत चेते रखिए जिहदे नाल साडा बेड़ा पार लंघना, जिहदे नाल डुबना उहनूं त्यागीए। सो आओ जी नाल नाल बोलना सब ने, गुरु की बाणी गाउणी, आनंद साहब बाणी दे जाप होणगे। होइयां भुलां तो खिमा पाई। वाहिगुरू जी सतनाम श्री वाहिगुरू।